ਵਾਹਿਗੁਰੂ ਜੀ का खालसा वाहिगुरू जी की फतेह। एजुकेट पंजाब प्रोजेक्ट वालों गुरु नानक मल्टी यूनिवर्सिटी वालों सारी पूरी टीम के वालों जिन्ने भी विद्यार्थी संगत वीर भैन भरा जुड़े हैं इस कैंप के विच सारिਆਂ ਦਾ स्वागत है जी। आओ आपां कैंप की शुरुआत करते हैं। बेनती है सारे बच्चों नूं जिन्ने भी आपां जुड़ चुके हैं सारिਆਂ ਨੂੰ बेनती है कि आपो अपने घरां दे विच बैठे अपने मन दीयां विरतियां नूं एकाग्र करके जाप जिहड़ी जाप दी सेवा विच ने लैणी आ उहदे नाल नाल आपां अपने घरां दे विच बैठे हुए जाप करिए जी। अज जाप दी सेवा लै रही है बेटी लवप्रीत कौर रोपड़ जोन तो जिन्हां दा EPP नंबर है 12933। वाहिगुरु जी का खालसा वाहिगुरु जी की फतेह। इक ओंकार सतनाम करता पुरख निरभव निर्वैर अकाल मूरत अजूनी सैभं गुर प्रसाद। इक ओंकार सतनाम करता पुरख निरभव निर्वैर अकाल मूरत अजूनी सैभं गुर प्रसाद। इक ओंकार सतनाम करता पुरख निरभव निर्वैर अकाल मूरत अजूनी सैभं गुर प्रसाद। इक ओंकार सतनाम करता पुरख निरभव निर्वैर अकाल मूरत अजूनी सैभं गुर प्रसाद। इक ओंकार सतनाम करता पुरख निरभव निर्वैर अकाल मूरत अजूनी सैभं गुर प्रसाद। इक ओंकार सतनाम करता पुरख निरभव निर्वैर अकाल मूरत अजूनी सैभं गुर प्रसाद। वाहेगुरु 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 वाहेगुरु। वाहिगुरु जी का खालसा वाहिगुरु जी की फतेह। बेटी लवप्रीत कौर दा बहुत बहुत धन्यवाद प्यारी आवाज दे विच सानू उस परमात्मा दे नाल जोड़ना कीता है। सो अज दे कीर्तन दी सेवा दे विच साडे नाल बहुत दूरों जुड़े आ गुरु साहब ने कृपा की है। मैं गुरलीन कौर जी ते रुपदमन सिंह जी इटली तो जुड़े ने ते इटली तो आपां नूं उस वाहिगुरू दे कीर्तन दे नाल निहाल करनगे जी। सो उन्हां नूं बेनती है कि शुरू करन जी। वाहिगुरु जी का खालसा वाहिगुरु जी की फतेह।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ, ਸਤਿ ਸ਼੍ਰੀ ਅਕਾਲ। ਬੱਚਿਆਂ ਨੇ ਸੱਚਮੁੱਚ ਇੰਨਾ ਪਿਆਰੀ ਆਵਾਜ਼ ਦੇ ਵਿੱਚ ਕੀਰਤਨ ਕੀਤਾ ਕਿ ਸੱਚਮੁੱਚ ਆਨੰਦ ਆਇਆ। ਹੋ ਸਕਦਾ ਸਾਰੇ ਹੀ ਜਿੰਨੇ ਜੁੜੇ ਆ ਸਾਰਿਆਂ ਨੂੰ ਭਿੱਜ ਗਏ ਹੋਣਗੇ ਕਿ ਵਿਖੇ ਬਨ ਫੀਕਾ ਤਿਆਗ ਰੀ ਸਖੀਏ। ਸੱਚਮੁੱਚ ਸਾਨੂੰ ਜਿਹੜੇ ਦੁਨਿਆਵੀ ਪਦਾਰਥਾਂ ਦੇ ਰਸ ਹੈ, ਵਾਸ਼ਨਾਵਾਂ ਦੇ ਰਸ ਹੈ, ਉਹ ਛੱਡ ਕੇ ਉਸ ਵਾਹਿਗੁਰੂ ਪਰਮਾਤਮਾ ਦਾ ਅਸਲੀ ਨਾਮ ਰਸ ਦੇ ਲੈਣਾ ਚਾਹੀਦਾ ਹੈ। ਸੋ ਅੱਜ ਅਸੀਂ ਪਹਿਲਾ ਸੈਸ਼ਨ ਲਵਾਂਗੇ ਜੀ ਵੀਰ ਗੁਰਵਿੰਦਰ ਸਿੰਘ ਜੀ, ਜਿਨ੍ਹਾਂ ਦਾ ਅੱਜ ਵਿਸ਼ਾ ਹੈ ਮਿੱਠਤ ਨੀਵੀਂ ਨਾਨਕਾ। ਉਹਨਾਂ ਨੂੰ ਬੇਨਤੀ ਕਰਦੇ ਹਾਂ ਜੇ ਜੁੜੇ ਹੈ ਤੇ ਉਹਨਾਂ ਦਾ ਸਮਾਂ ਸਟਾਰਟ ਹੁੰਦਾ ਹੈ ਜੀ। ਗੁਰਵਿੰਦਰ ਸਿੰਘ ਜੀ, ਜਿਨ੍ਹਾਂ ਦਾ ਵਿਸ਼ਾ ਹੈ ਮਿੱਠਤ ਨੀਵੀਂ ਨਾਨਕਾ। ਗੁਰੂ ਸਾਹਿਬ ਆਪ ਮਿੱਠ ਬੋਲੜੇ ਨੇ। ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ, ਹੋਂ ਸੰਭਲ ਥੱਕੀ ਜੀ ਉਹ ਕਦੇ ਨਾ ਬੋਲੇ ਕੌੜਾ। ਗੁਰੂ ਸਾਹਿਬ ਆਪ ਮਿੱਠ ਬੋਲੜੇ ਆ ਤੇ ਮਿੱਠਾ ਨਿਮਰਤਾ ਦਾ, ਮਿਠਾਸ ਦਾ ਗੁਣ ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਨੇ। ਤੇ ਬੇਨਤੀ ਕਰਦੇ ਆ ਜੀ ਵੀਰ ਗੁਰਵਿੰਦਰ ਸਿੰਘ ਜੀ ਜੁੜੇ ਹਨ ਤਾਂ ਉਹ ਆਪਣਾ ਹੈਂਡ ਰੇਜ਼ ਕਰਨ ਤਾਂ ਕਿ ਪਤਾ ਲੱਗ ਜਾਵੇ ਕਿ ਹਾਂਜੀ। ਬੱਚੇ ਪੁੱਛ ਰਹੇ ਨੇ ਅੱਜ ਦਾ ਜਿਹੜਾ ਵਿਸ਼ਾ ਹੈ ਕੀ ਹੈ, ਮਿੱਠਤ ਨੀਵੀਂ ਨਾਨਕਾ, ਗੁਣ ਚੰਗਿਆਈਆਂ ਤੱਤ। ਇਹ ਜਿੱਥੋਂ ਸ਼ਬਦ ਸ਼ੁਰੂ ਹੁੰਦਾ ਹੈ ਆਪਾਂ ਆਸਾ ਦੀ ਵਾਰ ਦੇ ਵਿੱਚ ਹਰ ਰੋਜ਼ ਤਕਰੀਬਨ ਸੁਣਦੇ ਆ, ਪੜ੍ਹਦੇ ਆ। ਸਿਮਲ ਰੁੱਖ ਸਰਾਇਰਾ ਅਤ ਦੀਰਘ ਅਤ ਮੁੱਚ, ਓਏ ਜੇ ਆਵੇ ਆਸ ਕਰ ਜਾਏ ਨਿਰਾਸੇ ਕਿਤ। ਜਿਹੜਾ ਸਿਮਲ ਦਾ ਰੁੱਖ ਹੁੰਦਾ ਉਹ ਬਹੁਤ ਵੱਡਾ ਹੁੰਦਾ, ਪਰ ਉਸ ਨੂੰ ਆਪਣੇ ਵੱਡੇ ਹੋਣ ਦਾ ਹੰਕਾਰ ਹੁੰਦਾ। ਬਹੁਤ ਵੱਡਾ ਹੁੰਦਾ, ਉਸਨੂੰ ਫਲ ਵੀ ਲੱਗਦੇ ਆ, ਫੁੱਲ ਵੀ ਲੱਗਦੇ ਆ, ਤੇ ਪਰ ਉਸਦੇ ਨਾ ਫਲ ਕੰਮ ਆਉਂਦੇ ਆ, ਨਾ ਫੁੱਲ ਕੰਮ ਆਉਂਦੇ ਆ, ਨਾ ਪੱਤੇ ਕੰਮ ਆਉਂਦੇ ਆ। ਸਿਮਲ ਦਾ ਰੁੱਖ ਆ ਜਿਹੜਾ ਬਹੁਤ ਵੱਡਾ ਹੁੰਦਾ, ਲੰਮਾ ਮੋਟਾ ਹੁੰਦਾ, ਪਰ ਓਏ ਜੇ ਆਵੇ ਆਸ ਕਰ ਜਾਹੇ ਨਿਰਾਸੇ ਕਿਤ। ਕਿ ਜੇ ਪੰਛੀ ਉਸਦੇ ਉੱਤੇ ਆਸ ਕਰਕੇ ਆਉਂਦੇ ਆ ਕਿ ਅਸੀਂ ਕੁਝ ਖਾ ਲਈਏ, ਫਲ ਜਾ ਕੇ ਦੇਖਦੇ ਆ ਵੀ ਫਲ ਲੱਗੇ ਆ ਖਾਈਏ, ਪਰ ਜਦੋਂ ਹੀ ਉਹ ਮੂੰਹ ਲਾਉਂਦੇ ਆ, ਬੈਠਦੇ ਆ ਤੇ ਨਿਰਾਸ਼ ਹੋ ਜਾਂਦੇ ਆ। ਕਿਉਂ ਨਿਰਾਸ਼ ਹੋ ਜਾਂਦੇ? ਕਿਉਂਕਿ ਫਲ ਫਿੱਕੇ, ਫੁੱਲ ਬੱਕ ਬੱਕੇ, ਕੰਮ ਨਾ ਆਵੇ ਪੱਤ। ਉਹਦੇ ਫਲ ਹੈ ਜਿਹੜੇ ਉਹ ਫਿੱਕੇ ਹੁੰਦੇ ਆ, ਫੁੱਲ ਵੀ ਬੱਕ ਬੱਕੇ ਹੁੰਦੇ ਆ, ਤੇ ਉਸਦੇ ਪੱਤੇ ਵੀ ਕਿਸੇ ਕੰਮ ਦੇ ਨਹੀਂ ਆਉਂਦੇ। ਇਸ ਕਰਕੇ ਸਤਿਗੁਰੂ ਜੀ ਨੇ ਫਿਰ ਇਹ ਇੱਕ ਸਾਨੂੰ ਤੱਤ ਦਿੱਤਾ ਕੱਢ ਕੇ, ਕਹਿੰਦੇ ਮਿੱਠਤ ਨੀਵੀਂ ਨਾਨਕਾ, ਗੁਣ ਚੰਗਿਆਈਆਂ ਤੱਤ। ਕਿ ਸਾਰੇ ਜਿਹੜੇ ਗੁਣਾਂ ਦਾ ਮਿਠਾਸ, ਨੀਵੇਂ ਰਹਿਣ ਦਾ ਮਿਠਾਸ ਹੈ, ਉਹ ਇੱਕ ਐਸਾ ਗੁਣ ਹੈ ਕਿ ਨੀਵਾਂ ਰਹਿਣਾ ਸਾਡਾ ਗੁਣਾਂ ਦਾ ਸਾਰ ਹੈ। ਭਾਵ ਸਭ ਤੋਂ ਚੰਗਾ ਗੁਣ ਹੈ, ਸਭ ਤੋਂ ਚੰਗਾ ਗੁਣ ਹੈ ਮਿੱਠੇ ਤੇ ਨਿਮਰਤਾ ਦੇ ਵਿੱਚ ਰਹਿਣਾ। ਮਿੱਠੇ ਦਾ ਭਾਵ ਇਹ ਨਹੀਂ ਵੀ ਮਿੱਠੇ ਬੋਲਣਾ, ਤੇ ਕਈ ਵਾਰੀ ਅਸੀਂ ਮਿੱਠੇ ਬੋਲਣ ਵਾਲਿਆਂ ਦੇ ਤੋਂ ਠੱਗੇ ਵੀ ਜਾਂਦੇ ਹਾਂ। ਐਵੇਂ ਮਿੱਠਾ ਨਹੀਂ, ਨਿਮਰਤਾ ਦੇ ਵਿੱਚ ਮਿੱਠਾ। ਐਵੇਂ ਮਿੱਠਾ ਤੇ ਕਈ ਵਾਰੀ ਨਾ ਉਹ ਜ਼ਿਆਦਾ ਮਿੱਠਾ ਬੋਲਦੇ ਹੁੰਦੇ ਆ। ਕੌਣ ਜ਼ਿਆਦਾ ਮਿੱਠਾ ਬੋਲਦੇ ਹੁੰਦੇ ਆ? ਕੱਢ ਕੇ ਦੇ ਤੇ ਉਹ ਕਿਵੇਂ ਮਿੱਠਾ ਬੋਲਦੇ ਹੁੰਦੇ ਆ ਕਿ ਦੁਕਾਨ ਤੇ ਜਾਓ ਨਾ ਤੇ ਕਿੰਨਾ ਮਿੱਠਾ ਬੋਲਦੇ ਆ, ਚਾਹ ਲਾਉਂਗੇ ਕਿ ਪਾਣੀ ਲਾਉਂਗੇ, ਹਨਾ, ਠੰਡਾ ਮੰਗਾਈਏ ਤੁਹਾਡੇ ਵਾਸਤੇ। ਕਿਉਂ ਬੋਲਦੇ ਹੁੰਦੇ ਆ? ਕਿਉਂਕਿ ਉਹਨਾਂ ਨੇ ਸਾਨੂੰ ਠੱਗਣਾ ਹੁੰਦਾ, ਤੇ ਉਹ ਇੰਨਾ ਮਿੱਠਾ ਪਿਆਰਾ ਬੋਲਦੇ ਹੈਗੇ। ਉਹੀ ਆਪਣੀ ਜਿਵੇਂ ਆਪਾਂ ਆਮ ਕਹਾਵਤ ਨਹੀਂ ਕਹਿੰਦੇ, ਸਾਡਾ ਹੀ ਸਿਰ ਸਾਡੀਆਂ ਜੁੱਤੀਆਂ,
कि साडे जेड़ा पैसे उन्हां ने लैणे हुंदे आ, वटने हुंदे आ, ते सानू फिर वो मिठा मिठा बोल के कहंदे आ। पर जे मिठे इस मिठे दी गल है ना, इस मिठे दी गल कीती हुंदी ते बाबा फरीद जी कुछ होर कहंदे आ। बाबा फरीद जी तो कहंदे जे मिठा इन्ना मिठा भी नहीं चंगा हुंदा, फरीदा कन्न मुसल्ला सूफ गल दिल काती गुड़वात। बाबा फरीद जी की कहंदे फरीदा कन्न मसला सूफ गल दिल काती गुड़वात। कहंदे दिल दे विच कैंची है, भाव दिल दे विच तां इउं है भी मैं इन्हां नूं किवें ठगणा, किवें ठगणा गा, पर गुड़वात मूँह तो मिठियां गल्लां ते अंदर है जिहड़ा वो विश गंदला। फरीदा कन्न मसुल्ला सूफ गल दिल काती गुड़वात, बाहर दिसै चानना दिल अंधियारी रात। कहंदे बाहरों ते बड़ा चानण लगदा है, पर अंदर हनेरी रात बनी पई है। बाहरों किवें चानण लगदा है कि बाहरों बड़े मिठे लगदे आ, डेरेदार किन्ने मिठे लगदे हुंदे आ, बाहरों किन्ने मिठे लगदे आ, पर अंदर ते ओही कुंडी हुंदी है ना भी किवें असीं इन्हां नूं फसाउणा करिए, किवें इन्हां नूं लुटना करिए, किवें लुटना करिए कि किहड़ा इन्हां नूं वहम दा किहड़ा वहम पा के लुटीए, किहड़ा डर पा के लुटीए। ਜਦੋਂ ਕਿਤੇ ਗੁਰੂ ਨਾਲੋਂ ਟੁੱਟਿਆ ਹੋਇਆਂ ਦੇ ਜਾਵੜੋ ਤੇ ਫਿਰ ਉਹ ਇਹ ਬਿਉਂਤਾਂ ਘੜਦੇ ਹੁੰਦੇ ਨੇ ਕਿ ਇਹ ਬੰਦਾ ਡਰਦਾ ਹੈ ਜਾਂ ਲਾਲਚ ਵਾਲਾ ਹੈ। ਜੇ ਲਾਲਚ ਵਾਲਾ ਤਾਂ ਉਸ ਨੂੰ ਕੋਈ ਲਾਲਚ ਦੇ ਵਿੱਚ ਫਸਾ ਕੇ ਇਸ ਤਰ੍ਹਾਂ ਕਰਦੇ ਨੇ, ਤੇ ਜੇ ਉਹ ਡਰ ਵਾਲਾ ਹੈ ਤਾਂ ਉਸ ਨੂੰ ਡਰਾ ਕੇ ਲੁੱਟਦੇ ਆ। ਭਾਵ ਇੱਕ ਗੁਰੂ ਹੀ ਹੈ ਜਿਹੜਾ ਸਾਨੂੰ ਜੀਵਨ ਦਾ ਸਹੀ ਰਸਤਾ ਦਿਖਾਉਂਦਾ ਹੈ। ਬਾਕੀ ਤੇ सब लुटण दे लई कहंदे आ भी इस नूं किसे ना किसे तरीके दे नाल डरा के जां लालच वस करके असीं लुटना करिए। ते बाबा फरीद जी भी इसे तरह कहंदे बाहर दिसै चानना दिल अंधियारी रात। कहंदे बाहर ते बड़ा चानण दिखदा हैगा, पर दिल दे विच तां ओही अज्ञानता दा हनेरा है। बाहरों ते दिखदा हैगा भी वधिया वधिया रीसा पाई है, वधिया चोला पाया जां वधिया इदां है, कपड़े वधिया है ना, सिर ते इस तरह है, पर जे दिल अज्ञान अंदरों अज्ञान है ते बाणी नाल नहीं जुड़े तां फिर असीं ਉਹ ਗੱਲ नहीं बनदी, गुरु नाल प्यार नहीं पैंदा, सच्चा प्यार नहीं पैंदा। ते शायद साडे दरम्यान वीर गुरविंदर सिंह जी पहुंच चुके ने, जिन्हां दा विशा है मैठत नीवी नानका। जे आए ने ते हैंड रेज कर लो जी। हाँ जी, बेनती है जी, वो अपना विशा लैणगे, बच्चों दे नाल विचारां दी सांझ पाउणगे जी। वाहिगुरु जी। वाहिगुरु जी। हाँ जी, वाहिगुरु जी का खालसा वाहिगुरु जी की फतेह जी। वाहिगुरु जी का खालसा वाहिगुरु जी की फतेह जी। सॉरी, मैं पहलों सारी संगतां दे कोलों, बच्चों दे कोलों ते आप जी दे कोलों खिमा दा जा चुके हैं। थोड़ी प्रॉब्लम जिहड़ी सी नैट दे विच आई तां करके अपना राबता कायम नहीं हो सकिया हैगा। सो वाहिगुरु परमात्मा दा शुकराना हैगा कि मैनूं आप जी दे नाल और सारे ही अपने बच्चों के नाल विचार साझी करने का मौका मिलिया है। सो आप सबना का बहुत बहुत धन्यवाद। अज का जो विचार का विषय है वाहिगुरु जी ने बख्शिश किया, साहिब गुरु नानक देव पातशाह महाराज जी का जो मिशन है वो भी ये सारे का सारा जो भी गुरु पातशाह महाराज की विचारधारा सी वो इसे नूं लैके सी कि निमरता दे नाल एक संसार जिहड़ा सोहना सिरजिया जावे, जिहदे विच सारे सुखी वसन। सतगुरु गुरु नानक देव पातशाह महाराज की पवित्र बाणी की विचार जी आपां सांझी मिठत नीवी नानका गुण चंगियाइयां तत, ये मेरे सत्कार सन्मानयोग भैन जी कर रहे सी विचारां सांझियां बच्चों के नाल। सो गुरु सवारियो, ये सतगुरु जी का पावन पवित्र श्लोक जिवें भैन जी उन्होंने विचार आरंभ की सी, श्लोक महला पहला आसा जी की वार दे विचों आउंदा 14वीं पौड़ी दे नाल गुरु नानक देव पातशाह का श्लोक है। और गुरु ग्रंथ साहिब के पावन पवित्र अंग जिहड़े ने 470 के उत्ते ये पावन पवित्र पंक्तियां सुभाईमान ने। इसकी आरंभता इत्थों ही हुंदी है, सिंबल रुख सरायरा अत धीरग अत मुच ओए जे आवे आस कर जाई निराशे कित, फल फिके फुल बक बके काम न आवे पत, मिठत नीवी नानका
गुण चंगियाइयां तत। गुरुदेव जी ने बड़ी सोहनी एक उदाहरण जिहड़ी है वो साडे सामने रखी। सिंबल दा रुख सतगुरु जी कहते हैं कि ये बहुत ज्यादा लंबा हुंदा है और बहुत ज्यादा मोटा भी हुंदा है और सीधा हुंदा। सिंबल रुख सरायरा का भाव है सीधा, अत दीर्घ का भाव है बहुत लंबा है, अत दीर्घ अत मुच का भाव है कि मोटा है। सतगुरु पातशाह महाराज जी हंकार की गल कर रहे ने। रुख के राही ये रुख का एक दरखत का एक प्रतीक जिहड़ा है वो साडे सामने रख रहे ने कि जे कोई बंदा बहुत वड्डा होवे, बहुत धनवान होवे, बहुत कुछ उहदे कोल होवे, पर उहदे कोल जो कुछ भी है एडा वड्डा दिखाई देंदा, एडा वड्डा किसी ने महल बनाया बहुत वड्डा। जिवें कि संसार दे लोक एक कहावत बनी हुई है, ऊंची दुकान फीका पकवान। सतगुरु जी कहते हैं कि उहदी उचाई नूं देख के उहदे उत्ते फुੱਲ ते फल जिहड़े लगे ने उहनां नूं देख के कुछ पंछी चलते हुए उत्थे आउंदे ने कि साडे पेट दी पूर्ति इत्थों जरूर होवेगी ते सानूं जरूर कुछ ना कुछ इत्थों मिलेगा। कोई जे आवे आस कर जाहि नरासे कित। कित दा भाव क्यों एक क्वेश्चन मार्क ला दिता। कहंदे ओह आस करके उत्थे पहुंचे, पर दुनिया दे लोको तुसीं जाणदे हो कि आस करके आए ने पर निराश किहड़ी गल्लों जा रहे ने। सतगुरु जी बचन करते ने फल फिक्के फुल बक बके कम ना आवे पत। वो दरख्त बेशक बहुत उच्चा है, बहुत मोटा है, सीधा है, पर सतगुरु जी कहते हैं कि उहदे फल ते फुੱਲ जिहड़े ने जदों खाण दा यतन करदे ने ते खाण दे लायक नहीं, बेरसे ने, उन्हां दे विचों रस कोई नहीं। इस तरह मनुख जिहड़ा बहुत धन दौलत करके बड़ा महान होवे, उहदे कोल जिहड़ियां चीज़ां ने, जे कोई गरीब उहदे कोल धन दौलत बहुत दिख रही है, उहदे कोल गड्डियां कारां बहुत दिख रही, ऐशो इशरत दा आराम बहुत, समान बहुत दिख रहा, पर जे कोई आस करके जावे कि मेरी इत्थों कोई पूर्ति हो जाएगी, मैनूं कोई मदद मिल जाएगी, साहिब सच्चे पातशाह महाराज कहण लगे कि वो आस करके जिहड़ा जांदा है वो निराश होकर मुड़दा है। क्योंकि हंकारी दे कोल धन दौलत है, बहुत कुछ है, पर ओहदा किसी दी कोई काम नहीं आउंदा, किसी दे काम नहीं आउंदा। क्योंकि सच गल यह है कि हंकारी ने जो धन दौलत इकट्ठा किया हुंदा ना गुरमुखो, वो गरीबां दे कोल लुट खसुट खो के ही, जे मलक भागो की आपां गल कर लईए ते एक पासे भाई लालू की गल कर लईए, मलक भागो दे कोल माल पूड़े ने, बेशक वो जिहड़े चंगे लोग खांदे ने, पर गुरु पातशाह महाराज कहंदे इहदे विचों खून टपकदा पिया गरीबां दा, तूं चूसिया होया खून ने, जिहड़े तूं देसी घिओ दे विच माल पूड़े बेशक कड्ढे ने, बड़ा तेरा घर बार बड़ा वधिया, नौकर चाकर रखे हुए ने, सारा कुछ है, इलाके दा एक समझदा छोटा जिहा बादशाह शाहूकार है, कह लो बड़ा धनाड़ है, पर ओहदे प्रशादा क्यों नहीं छकिया। गुरु पातशाह ने 10 नौहां दी किरत कमाई करके छकण बनाउण वाले भाई लालो जी, उन्हां दे घर दे विच बैठ के प्रशादा गुरु नानक देव पातशाह महाराज छकदे ने, क्योंकि उत्थे निमरता है, उत्थे गरीबी दावा है। ते साहिब कृपालू जी आखते ने कि वो इन्ने ज्यादा स्वादिष्ट भावें भोजन ने, भावें सोहने फल लगे हुए, इंज समझ लो कि ओहदे माल पूड़े ने, बड़ा कुछ है, पर उहदे विचों हंकार दी जिहड़ी बदबू आ रही है, उहदा करके उहदे विचों वो रस ते वो आनंद नहीं। वो जिहड़े छकाउण वाले ने छकदे ही पए ने ना, उहनां नूं हंकार दे विच इह कहेगा मेरा है, मैं तुहानूं छका रिहा हां। ते गुरु नानक देव पातशाह धक्के नाल लै के गया सी ना, भी तुसीं धक्के नाल तुहानूं छकाउणा, पर सतगुरु पातशाह महाराज कहण लगे कि मैं इदां दा प्रशादा नहीं छकना, हंकार दा है, लोकां दा खून चूसिया होया। सिंबल रुख सरायरा अत दीर्घ अत मुच, ओए जे आवे आस कर जाहि निरासे कित, फल फिक्के फुੱਲ बक बके काम ना आवे पत। ओहदे जिहड़े पत्ते तक भी जिहड़े ने वो किसी काम दे ने। ते साहिब कृपालू जी ने ओहदे दूसरे पासे खुलासा किया, कहंदे मिठत नीवी नानका गुण चंगियाइयां तत। मिठत दा भाव है जिहदे विच रस होवे। रस किहड़ी गल दे विच है? नीवेपन दे विच, निमानता दे विच, निर्माणता दे विच। गुण चंगियाइयां तत, एक ये भी गुरु पातशाह महाराज ने बचन किया, गुण चंगियाइयां तत समझिया जे, क्योंकि जीवन जिहड़ा मनुख दा बनदा है ना गुरमुख, गुणा करके बनदा। जिस दे जीवन के अंदर गुणा की जगह के उत्ते अवगुण होवे, हंकार होवे, निम्रता की जगह ते। हंकार एक अवगुण है, निम्रता एक शुभ गुण है। पर
ਇੱਥੇ ਸਤਿਗੁਰੂ ਨੇ ਇੱਕ ਹੋਰ ਬਚਨ ਕਿਹਾ ਕਿ ਗੁਣ ਚੰਗਿਆਈਆਂ ਤਤ, ਤਤ ਦਾ ਭਾਵ ਹੁੰਦਾ ਹੈ ਨਿਚੋੜ, ਸਾਰ। ਜਿਵੇਂ ਕਹਿੰਦੇ ਵੀ ਇਸ ਦਾ ਆ ਸਾਰ ਹੈ, ਆਪਾਂ ਕਹਾਣੀ ਪੜ੍ਹਦੇ, ਕਹਾਣੀ ਤੋਂ ਬਾਅਦ ਉਹਦਾ ਸਾਰ ਤਤ ਨਿਕਲਦਾ ਹੈ, ਨਿਚੋੜ ਕੱਢੋ ਜੀ ਇਹਦਾ ਕੀ ਨਿਕਲਦਾ। ਜੇ ਸਾਰੇ ਗੁਣਾਂ ਦਾ ਨਿਚੋੜ ਕੀਤਾ ਜਾਵੇ ਤੇ ਕਹਿੰਦੇ ਸਭ ਤੋਂ ਚੰਗਾ ਗੁਣ ਜਿਹੜਾ ਹੈ ਉਹ ਨਿਮਰਤਾ ਹੈ। ਨਿਮਰਤਾ ਤੋਂ ਉੱਪਰ, ਨਿਮਰਤਾ ਤੋਂ ਵੱਧ ਕੇ ਸੰਸਾਰ ਦੇ ਵਿੱਚ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਕਹਿੰਦੇ ਕੁਝ ਨਹੀਂ। ਇਹ ਸਾਰੇ ਗੁਣਾਂ ਤੋਂ ਕਹਿ ਲਓ ਕਿ ਵੱਡਾ ਗੁਣ ਹੈ ਗੁਰਮੁਖੋ ਨਿਮਰਤਾ ਹੈ। ਇਹ ਗੱਲ ਦਾ ਧਿਆਨ ਰੱਖਣਾ। ਹੁਣ ਆਪਾਂ ਇੱਥੇ ਸੰਸਾਰ ਵਿੱਚ ਭਾਵੇਂ ਜਿੱਦਾਂ ਮਰਜ਼ੀ ਵਿਚਰਦੇ, ਤੁਸੀਂ ਆਪਣੇ ਪਰਿਵਾਰ ਵਿੱਚ ਜਿੱਦਾਂ ਮਰਜ਼ੀ ਵਿਚਰਦੇ ਹੋ, ਪਰ ਬਾਹਰ ਜਾ ਕੇ ਤੁਹਾਡੀ ਜਿਹੜੀ ਕਦਰ ਹੈ, ਜਿਵੇਂ ਬੱਚੇ ਪੜ੍ਹ ਰਹੇ ਨੇ, ਘਰ ਪਰਿਵਾਰ ਵਿੱਚ ਪਤਾ ਨਹੀਂ ਕਿੱਦਾਂ ਦਾ ਜੀਵਨ ਹੋਵੇਗਾ ਸਾਡਾ, ਪਤੀ ਪਤਨੀ ਦਾ ਕਿੱਦਾਂ ਦਾ ਜੀਵਨ, ਭੈਣ ਭਰਾਵਾਂ ਦਾ ਕਿੱਦਾਂ ਦਾ ਜੀਵਨ ਹੋਵੇਗਾ, ਇੱਕ ਦੂਸਰੇ ਨਾਲ ਨਿਮਰਤਾ ਦੇ ਨਾਲ ਰਹਿੰਦੇ ਜਾਂ ਨਹੀਂ ਰਹਿੰਦੇ। ਪਰ ਇੱਕ ਬੜਾ ਪਿਆਰਾ ਬਚਨ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਪਣੀ ਰਚਨਾ ਦੇ ਅੰਦਰ ਕੀਤਾ, ਕਹਿੰਦੇ ਨਹਿਰ ਕੁਵਾਰ ਕੰਨਿਆ ਲਾਡਲੀ ਕੇ ਮਾਨੀਅਤ। ਨਹਿਰ ਕੁਵਾਰ ਕੰਨਿਆ, ਨਹਿਰ ਦਾ ਭਾਵ ਹੈ ਪੇਕੇ ਘਰ ਦੇ ਵਿੱਚ ਜਦੋਂ ਬੱਚੀ ਹੁੰਦੀ ਹੈ ਨਾ, ਉਦੋਂ ਮਾਂ ਬਾਪ ਨੂੰ ਸਾਰਿਆਂ ਨੂੰ ਪਿਆਰੀ ਲੱਗਦੀ ਹੈ। ਪਰ ਜਦੋਂ ਪੇਕੇ ਘਰ ਤੋਂ ਵਿਆਹ ਕੇ ਭਾਈ ਸਾਹਿਬ ਜੀ ਆਖਦੇ ਨੇ ਕਿ ਸਹੁਰੇ ਘਰ ਦੇ ਵਿੱਚ ਜਾਂਦੀ ਹੈ ਨਾ, ਉੱਥੇ ਉਹਨੂੰ ਇਹ ਨਹੀਂ ਕਿਸੇ ਨੇ ਦੇਖਣਾ ਵੀ ਇਹ ਕੀ ਹੈ, ਉੱਥੇ ਗੁਣਾ ਕਰਕੇ ਉਹਦੀ ਕਦਰ ਪਾਣੀ ਹੈ। ਨਹਿਰ ਕੁਵਾਰ ਕੰਨਿਆ ਲਾਡਲੀ ਕੇ ਮਾਨੀਅਤ। ਪਰਿਵਾਰ ਦੇ ਵਿੱਚ ਪਿਆਰੀ ਭੈਣ ਹੈ ਕਬੀਰ ਦੀ, ਮਾਂ ਬਾਪ ਦੀ ਇੱਕ ਪਿਆਰੀ ਧੀ ਹੈ, ਧੀ ਕਰਕੇ ਕੋਈ ਪਿਆਰ ਦੇ ਦੂਗਾ, ਭੈਣ ਭਰਾ ਕਰਕੇ ਪਿਆਰ ਦੇ ਦੂ। ਪਰ ਜਦੋਂ ਸਹੁਰੇ ਪਰਿਵਾਰ ਵਿੱਚ ਜਾਣਾ, ਉੱਥੇ ਉਹਨੂੰ ਮਾਨ ਸਨਮਾਨ ਉਹਦੇ ਗੁਣਾ ਕਰਕੇ ਮਿਲਣਾ ਹੈ। ਨਹਿਰ ਕੁਵਾਰ ਕੰਨਿਆ ਲਾਡਲੀ ਕੇ ਮਾਨੀਅਤ, ਵਿਆਹੇ ਸਸੁਰਾਰ ਜਾਏ ਗੁਣਨ ਕੇ ਮਾਨੀਏ। ਉਹ ਗੁਣਾ ਕਰਕੇ ਉਹਦੀ ਉੱਥੇ ਕਦਰ ਪੈਣੀ। ਤੇ ਜੇ ਨਿਮਰਤਾ ਦੀ ਜਗ੍ਹਾ ਤੇ ਉਹਦੇ ਕੋਲ ਹੰਕਾਰ ਹੋਇਆ ਤੇ ਫਿਰ ਉਹਦਾ ਕਿ ਉਸ ਸਹੁਰੇ ਪਰਿਵਾਰ ਦੇ ਵਿੱਚ ਸਤਿਕਾਰ ਹੋਵੇਗਾ, ਕਿ ਉਹਨੂੰ ਮਾਨ ਸਨਮਾਨ, ਉਹ ਰੁਤਬਾ ਜਿਹੜਾ ਹੈ, ਜਿਹੜਾ ਮਿਲਣਾ ਚਾਹੀਦਾ, ਉਹ ਮਿਲ ਪਾਵੇਗਾ। ਉਹਨੇ ਜੇ ਉੱਥੇ ਆਪਣੀ ਜਗ੍ਹਾ ਬਣਾਉਣੀ ਹੈ ਤੇ ਆਪਣੇ ਗੁਣਾ ਕਰਕੇ ਹੀ ਆਪਣੀ ਕਦਰ ਪਵਾ ਸਕਦੀ। ਭਾਈ ਸਾਹਿਬ ਮਾਫ ਕਰਨਾ, ਬਾਬਾ ਫਰੀਦ ਸਾਹਿਬ ਜੀ ਦੇ ਅੰਮ੍ਰਿਤਮਈ ਬਚਨ ਜਿਹੜੇ ਸਲੋਕਾਂ ਦੇ ਵਿੱਚ ਦਰਜ ਨੇ, ਉੱਥੋਂ ਨਾ ਬੜਾ ਪਿਆਰਾ ਇੱਕ ਬਚਨ ਸਾਡੇ ਵਿਚਾਰ ਅਧੀਨ ਬਖਸ਼ਿਸ਼ ਕੀਤਾ ਇਸੇ ਗੱਲ ਨੂੰ ਲੈ ਕੇ, ਗੁਣਾਂ ਨੂੰ ਲੈ ਕੇ, ਕਿ ਗੁਣ ਜਿਹੜੇ ਨੇ ਜ਼ਿੰਦਗੀ ਦੇ ਅੰਦਰ ਹੋਣੇ ਬੜੀ ਜ਼ਰੂਰੀ। ਤੇ ਨਿਮਰਤਾ ਜਿਹੜਾ ਹੈ ਸਾਰੇ ਗੁਣਾਂ ਦਾ ਇੱਕ ਸ਼ਿੰਗਾਰ ਹੈ, ਬਹੁਤ ਵੱਡਾ ਗੁਣ ਹੈ ਨਿਮਰਤਾ, ਜਿਹੜੇ ਕਈ ਔਗੁਣਾਂ ਨੂੰ ਵੀ ਛੁਪਾ ਲੈਂਦਾ। ਖੈਰ, ਉਹ ਕਹਿੰਦੇ ਕਵਣ ਸੋ ਅੱਖਰ ਕਵਣ ਗੁਣ ਕਵਣ ਸੋ ਮਣੀਆਂ ਮੰਤ, ਕੌਣ ਸੋ ਵੇਸੋ ਹੋ ਕਰੀ ਜਿਤ ਵਸ ਆਵੇ ਕੰਤ। ਜਿਵੇਂ ਮੰਨ ਲਓ ਇੱਕ ਬੱਚੀ ਦਾ ਵਿਆਹ ਹੋਇਆ ਤੇ ਉਹ ਸਹੁਰੇ ਪਰਿਵਾਰ ਦੇ ਵਿੱਚ ਗਈ, ਉੱਥੇ ਸਹੁਰੇ ਪਰਿਵਾਰ ਦੇ ਵਿੱਚ ਉਹਦਾ ਬੜਾ ਮਾਨ ਸਨਮਾਨ ਹੋਇਆ। ਸਹੁਰੇ ਪਰਿਵਾਰ ਤੋਂ ਬਾਅਦ ਉਹ ਆਪਣੇ ਪੇਕੇ ਪਰਿਵਾਰ ਵਿੱਚ ਮਿਲਣ ਵਾਸਤੇ ਆਈ। ਜਦੋਂ ਮਿਲਣ ਵਾਸਤੇ ਆਈ ਤੇ ਉਹਦੀਆਂ ਸਹੇਲੀਆਂ ਉਹਦੇ ਕੋਲ ਇਕੱਠੀਆਂ ਹੁੰਦੀਆਂ ਨੇ ਤੇ ਉਹਨੂੰ ਸਵਾਲ ਕਰਦੀਆਂ ਨੇ ਕਿ ਤੇਰੇ ਪਰਿਵਾਰ ਕਿੱਦਾਂ ਦਾ, ਤੈਨੂੰ ਕਿਵੇਂ ਉੱਥੇ ਤੇਰਾ ਕਿੱਦਾਂ ਦਾ ਵਿਵਹਾਰ ਕਰਦੇ ਨੇ ਉਹ ਤੇਰੇ ਨਾਲ। ਮੈਨੂੰ ਬਹੁਤ ਮਾਨ ਸਨਮਾਨ ਦਿੱਤਾ ਜਾਂਦਾ, ਬਹੁਤ ਮਾਨ ਸਨਮਾਨ ਮਿਲਦਾ ਮੈਨੂੰ। ਕਹਿੰਦੇ ਕਾਰਨ ਕੀ ਹੈ? ਆ ਦੂਸਰੀਆਂ ਵਿਆਹ ਕੇ ਗਈਆਂ ਸੀ, ਉਹਨਾਂ ਦਾ ਤੇ ਉੱਥੇ ਮਾਨ ਸਨਮਾਨ ਹੈ ਹੀ ਨਹੀਂ। ਕਿਸੇ ਦਾ ਡਿਵੋਰਸ ਹੋਣ ਲੱਗਾ ਏ, ਛੱਡ ਛਡਾਈਆ ਹੋਣ ਲੱਗਾ, ਅਦਾਲਤਾਂ 'ਚ ਕੇਸ ਚੱਲਦੇ ਪਏ ਨੇ, ਕਿਸੇ ਦੀ ਸੱਸ ਨਾਲ ਨਹੀਂ ਬਣਦੀ, ਕਿਸੇ ਦੀ ਕਿਸੇ ਨਾਲ ਨਹੀਂ ਬਣਦੀ, ਕਿਸੇ ਦੇ ਪਤੀ ਨਾਲ ਨਹੀਂ ਬਣ ਰਹੀ, ਕਿਸੇ ਦੀ ਹੋਰ ਜਿਹੜਾ ਪਰਿਵਾਰ ਦੇ ਲੋਕ ਨਹੀਂ ਤੇ ਉਹਨਾਂ ਨਾਲ ਨਹੀਂ ਬਣਦੀ ਪਈ, ਤੇਰੀ ਕਿਵੇਂ? ਫਿਰ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਉਹ ਬੱਚੀ ਜਿਵੇਂ ਅਗਲੇ ਪਾਸੋਂ ਜਵਾਬ ਦਿੰਦੀ ਏ, ਉਹ ਕਹਿੰਦੀ ਮੇਰੇ ਕੋਲ 3 ਚੀਜ਼ਾਂ ਦਾ ਸ਼ਿੰਗਾਰ ਜਿਹੜਾ ਮੈਂ ਆਤਮਿਕ ਤੌਰ ਤੇ, ਅੰਦਰੂਨੀ ਤੌਰ ਤੇ, ਜਿਹੜਾ ਮਨ ਦਾ ਗਹਿਣਾ ਕਹਿ ਲਓ, ਆਤਮਾ ਦਾ ਗਹਿਣਾ ਹੈ ਇਹ ਸ਼ਿੰਗਾਰ, ਉਹ ਮੈਂ ਕੀਤਾ। ਉਹ ਕਹਿੰਦੀਆਂ ਸ਼ਿੰਗਾਰ ਤੇ ਅਸੀਂ ਵੀ ਕਰਦੀਆਂ ਨਾ, ਅਸੀਂ ਤੇ ਸੋਹਣੇ ਸੋਹਣੇ ਜਿਹੜੇ ਕੱਪੜੇ ਪਾਈਦੇ ਨੇ, ਸੋਹਣੇ ਗਹਿਣੇ ਪਾਈਦੇ ਨੇ, ਸੋਹਣਾ ਕੁਝ ਸਾਰਾ ਕੁਝ ਸਾਡੇ ਕੋਲ ਵਧੀਆ ਮਹਿੰਗੇ ਤੇ ਨਾਲੋਂ ਕੀਮਤੀ ਗਹਿਣੇ ਸਾਡੇ ਕੋਲ। ਕਹਿੰਦੇ ਗਹਿਣਿਆਂ ਦੇ ਸ਼ਿੰਗਾਰ ਨਾਲ ਗੱਲ ਨਹੀਂ ਬਣਦੀ, ਕੱਪੜੇ ਕੀਮਤੀ ਪਾਉਣ ਦੇ ਸ਼ਿੰਗਾਰ ਨਾਲ ਗੱਲ ਨਹੀਂ ਬਣਦੀ, ਸੁਰਖੀ ਬਿੰਦੀ ਲਾਉਣ ਦੇ ਨਾਲ ਸ਼ਿੰਗਾਰ ਦੇ ਨਾਲ ਗੱਲ ਨਹੀਂ ਬਣਦੀ। ਜਿਹੜੀ ਮੇਰੀ ਉੱਥੇ ਗੱਲ ਬਣੀ, ਜਿਹੜੀ ਮੇਰੀ ਕਦਰ ਪਈ, ਮੈਂ ਇਹ ਕੁਝ ਕਰਦੀ, ਮੈਂ ਆਤਮਿਕ ਤੌਰ ਦੇ ਉੱਤੇ, ਅੰਦਰੂਨੀ ਤੌਰ ਦੇ ਉੱਤੇ ਆਪਣੇ ਅੰਦਰ ਨੂੰ ਸ਼ਿੰਗਾਰਿਆ। ਉਹ ਕਿਹੜਾ ਗਹਿਣਾ? ਫਿਰ ਬਾਬਾ ਫਰੀਦ ਸਾਹਿਬ ਕਹਿੰਦੇ ਜਵਾਬ ਦਿੰਦੀ ਹੈ, ਨਿਮਨ ਸੋ ਅੱਖਰ ਖਵਣ ਗੁਣ। ਨਿਮਨ ਦਾ ਭਾਵ ਹੈ ਨਿਮਰਤਾ, ਨਿਮਣਾ। ਜਿਹਨੂੰ ਨਿਮਰਤਾ ਆ ਜਾਵੇ, ਜਿਹਨੂੰ ਝੁਕਣਾ ਆ ਜਾਵੇ, ਮਿੱਠਤ ਨੀਵੀਂ ਨਾਨਕਾ, ਗੁਣ ਚੰਗਿਆਈਆਂ ਤਤ।
ਉਹ ਕਹਿੰਦੀ ਮੇਰਾ ਸ਼ਿੰਗਾਰ ਜਿਹੜਾ ਹੈ ਉਹ ਮੇਰਾ ਅੰਦਰੂਨੀ ਸ਼ਿੰਗਾਰ ਕਿਹੜਾ ਹੈ? ਕਹਿੰਦੇ ਮੈਂ ਨਿਮਰਤਾ ਦੇ ਨਾਲ ਪਰਿਵਾਰ ਦੇ ਵਿੱਚ ਰਹਿੰਦੀ ਹਾਂ। ਨਿਮਨ ਸੋ ਅੱਖਰ ਖਮਣ ਗੁਣ। ਖਮਣ ਦਾ ਭਾਵ ਹੈ ਖਿਮਾ ਦਾ ਸੁਭਾਅ, ਇਹ ਵੀ ਇੱਕ ਗੁਣ ਹੈ। ਕਿਸੇ ਦੀ ਭੁੱਲ ਹੋ ਗਈ, ਕਿਸੇ ਨੇ ਉੱਚਾ ਬੋਲਿਆ, ਕਿਸੇ ਨੇ ਮਾੜੇ ਬੋਲ ਤੇ ਉਹਨੂੰ ਮਾਫ ਕਰ ਦੇਣਾ, ਇਹ ਵੀ ਇੱਕ ਬਹੁਤ ਵੱਡਾ ਗੁਣ ਹੈ। ਨਿਮਨ ਸੋ ਅੱਖਰ ਖਮਣ ਗੁਣ। ਖਮਣ ਦਾ ਭਾਵ ਖਿਮਾ। ਜਿਹਵਾ ਮਣੀਆਂ ਮੰਤ। ਤੇ ਮੇਰੇ ਕੋਲ ਅਗਲਾ ਸ਼ਿੰਗਾਰ ਹੈ, ਮੇਰੇ ਸਹੁਰੇ ਪਰਿਵਾਰ ਦੇ ਲੋਕ ਕਹਿੰਦੇ ਜਦੋਂ ਇਹ ਸਾਡੀ ਧੀ ਇਹ ਨੌਂ ਬੋਲਦੀ ਏ ਤੇ ਇਹਦੇ ਮੁਖ ਦੇ ਵਿੱਚੋਂ ਮੋਤੀ ਕਰਦੇ ਨੇ। ਇੱਕ ਇਹ ਗੁਣ ਹੈ ਸਭ ਤੋਂ ਵੱਡਾ ਕਿ ਮਿੱਠੇ ਬੋਲ ਬੋਲਣੇ, ਜਿਹਦੇ ਨਾਲ ਸਾਰਿਆਂ ਨੂੰ, ਦੁਖੀ ਨੂੰ ਵੀ ਸੁੱਖ ਪ੍ਰਾਪਤ ਹੋ ਜਾਵੇ, ਖੁਸ਼ੀ ਪ੍ਰਾਪਤ ਹੋ ਜਾਵੇ। ਹੁਣ ਮੰਨ ਲਓ ਤੁਸੀਂ ਕਿਸੇ ਡਾਕਟਰ ਦੇ ਕੋਲ ਜਾਂਦੇ ਹੋ, ਆਪਾਂ ਜਾਂਦੇ ਹਾਂ ਜੀ, ਡਾਕਟਰ ਮਰੀਜ਼ ਨੂੰ ਪਿਆਰ ਨਾਲ ਗੱਲ ਕਰੇ ਤੇ ਸਿਆਣੇ ਕਹਿੰਦੇ ਅੱਧਾ ਦੁੱਖ ਤੇ ਉਹਦਾ ਉਦੋਂ ਹੀ ਕੱਟਿਆ ਜਾਂਦਾ ਸੀ। ਜੇ ਡਾਕਟਰ ਅਗਲੇ ਪਾਸਿਓਂ ਕੜਵਾ ਹੋਵੇ, ਖੜਵੇ ਬੋਲ ਬੋਲਣ ਵਾਲਾ ਹੋਵੇ, ਕ੍ਰੋਧ ਵਿੱਚ ਰਹਿਣ ਵਾਲਾ ਹੋਵੇ, ਹੰਕਾਰ ਦੇ ਵਿੱਚ ਬੋਲਣ ਵਾਲਾ ਹੋਵੇ, ਉਹ ਜਿੱਥੇ ਮਰੀਜ਼ ਥੋੜਾ ਜਿਹਾ ਬਿਮਾਰ ਹੈ ਉੱਥੇ ਤੇ ਉਹ ਜ਼ਿਆਦਾ ਬਿਮਾਰ ਹੋ ਜਾਂਦਾ ਤੇ ਅੱਗੇ ਤੋਂ ਕਹਿੰਦਾ ਮੈਂ ਇਸ ਡਾਕਟਰ ਦੇ ਕੋਲ ਨਹੀਂ ਆ ਸਕਦਾ। ਖੈਰ ਮੈਂ ਇੱਕ ਬੇਨਤੀ ਕਰ ਰਿਹਾ ਸੀ, ਸੋ ਗੁਰੂ ਸਵਾਰਿਓ, ਹੁਣ ਅਗਲੀ ਗੱਲ ਆਪਾਂ ਜਿਹੜੀ ਸਮਝਣੀ ਹੈ, ਸਤਿਗੁਰੂ ਜੀ ਉਹ ਅਗਲੀ ਗੱਲ ਦੇ ਉੱਤੇ ਵੀ ਆਵਾਂਗੇ। ਇੱਕ ਗੁਣ ਅਵਗੁਣ ਦੀ ਆਪਾਂ ਵਿਚਾਰ ਕਰ ਰਹੇ ਸੀ ਕਿ ਮਾੜੇ ਬੋਲ, ਕ੍ਰੋਧ ਦੇ ਵਿੱਚ, ਹੰਕਾਰ ਦੇ ਵਿੱਚ ਬੋਲਣਾ, ਇਹ ਫਿੱਕੇ ਬੋਲ ਬੋਲਣੇ ਨੇ। ਤੇ ਫਿੱਕਾ ਜਿਹੜਾ ਬੋਲਣ ਵਾਲਾ ਹੈ, ਫਲ ਫਿੱਕੇ ਫੁੱਲ ਬਕ ਬਕੇ, ਬੰਦਾ ਬਹੁਤ ਵੱਡਾ ਹੋਵੇ ਜਦੋਂ ਜ਼ਬਾਨ ਤੋਂ ਬੋਲੇ ਤੇ ਉਹ ਠੰਡ ਵਰਤਾਉਣ ਦੀ, ਕਿਸੇ ਸੀਨੇ ਠੰਡ ਪਾਉਣ ਦੀ ਥਾਂ ਤੇ ਸੀਨੇ ਅੱਗ ਲਾ ਦੇਵੇ। ਸਤਿਗੁਰੂ ਕਹਿੰਦੇ ਨੇ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਗੁਰੂ ਨਾਨਕ ਦੇ ਘਰ ਦਾ ਗੁਰਮੁਖ ਸਿੱਖ ਨਹੀਂ ਜੀ ਹੋ ਸਕਦਾ। ਸਿੱਖ ਦੀ ਬੋਲ ਬਾਣੀ ਬਾਹਰ ਹੀ ਨਹੀਂ, ਘਰ ਦੇ ਵਿੱਚ ਵੀ ਬੜੀ ਨਿਮਰਤਾ ਤੇ ਬੜੀ ਪਿਆਰ ਵਾਲੀ ਹੋਣੀ ਚਾਹੀਦੀ। ਸਤਿਗੁਰੂ ਦੀ ਵਿਚਾਰਧਾਰਾ। ਖੈਰ ਅਗਲੀ ਮੈਂ ਬੇਨਤੀ ਕਰਾਂ, ਸਤਿਗੁਰੂ ਜੀ ਇੱਕ ਹੋਰ ਉੱਥੇ ਵਿਚਾਰ ਕਰਦੇ ਨੇ ਉਸ ਸ਼ਲੋਕ ਦੇ ਵਿੱਚ, ਜਿੱਥੇ ਬਚਨ ਕੀਤੇ ਵਾਹਿਗੁਰੂ ਦਾਤਾ ਜੀ ਨੇ, ਨਿਮਨ ਮਾਫ ਕਰਨਾ, ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤ। ਅਗਲੇ ਪਾਸੇ ਬਚਨ ਪਤਾ ਕੀਤਾ, ਕਹਿੰਦੇ ਸਭ ਕੋ ਨਿਵੇ ਆਪ ਕੋ, ਪਰ ਕੋ ਨਿਵੇ ਨਾ ਕੋਈ। ਨਿਮਨ ਦੇ ਅੰਦਰ ਵੀ ਗੁਰਮੁਖੋ ਬਹੁਤ ਜ਼ਿਆਦਾ ਫਰਕ ਹੈ। ਹੁਣ ਆਪਣੀ ਖਾਤਰ ਕਿਸੇ ਨੂੰ ਲੋੜ ਪੈ ਗਈ ਤੇ ਕਿਸੇ ਦੇ ਅੱਗੇ ਬੰਦਾ ਹੱਥ ਜੋੜਦਾ ਫਿਰਦਾ, ਜੀ ਮੇਰੀ ਲੋੜ ਪੂਰੀ ਕਰ ਦਿਓ, ਮੇਰੀ ਕਰਜ਼ ਪੂਰੀ ਕਰ ਦਿਓ। ਇਹ ਤੇ ਆਪਣੇ ਸਵਾਰਥ ਲਈ ਬੰਦਾ ਝੁਕਿਆ। ਗੁਰੂ ਗ੍ਰੰਥ ਸਾਹਿਬ ਦੇ ਅੱਗੇ ਜਦੋਂ ਜਿੱਦਣ ਲੋੜ ਨਹੀਂ ਹੁੰਦੀ ਸਾਨੂੰ, ਅਸੀਂ ਉਨੀ ਨਿਮਰਤਾ ਦੇ ਨਾਲ ਨਹੀਂ ਜਾਂਦੇ। ਜਿੱਦਣ ਸਾਨੂੰ ਕੋਈ ਲੋੜ ਹੁੰਦੀ, ਦੁੱਖ ਤਕਲੀਫ ਹੁੰਦੀ ਨਾ, ਅਸੀਂ ਉਦਣ ਕਈ ਵਾਰ ਨੰਗੇ ਪੈਰੀ ਵੀ ਚੱਲ ਕੇ ਬੜੀ ਨਿਮਰਤਾ ਦੇ ਨਾਲ ਹੱਥ ਜੋੜ ਕੇ ਜਾ ਕੇ ਮੱਥਾ ਟੇਕਦੇ, ਹੱਥ ਜੋੜ ਕੇ ਜਾ ਕੇ। ਜਦੋਂ ਸਾਨੂੰ ਕੋਈ ਲੋੜ ਪੈ ਗਈ, ਕਰਜ਼ ਪੈ ਗਈ, ਵੀ ਹੁਣ ਜਿਹੜਾ ਕੰਮ ਹੈ ਉਹ ਮੈਂ ਬਾਹਰੋਂ ਦੇਖਿਆ ਵੀ ਬੰਦੇ ਕਿਸੇ ਕੋਲ ਨਹੀਂ ਸੀ ਕੰਮ ਹੋਣਾ, ਹੁਣ ਤੇ ਗੁਰੂ ਗ੍ਰੰਥ ਸਾਹਿਬ, ਗੁਰੂ ਰੱਬ ਹੀ ਕਿਰਪਾ ਕਰੇ ਤੇ ਮੇਰਾ ਕੰਮ ਸਵਰ ਸਕਦਾ। ਇਹਨੂੰ ਭਗਤ ਕਬੀਰ ਸਾਹਿਬ ਜੀ ਕਹਿੰਦੇ, ਕਾਮ ਪਰੇ ਹਰ ਸਿਮਰਿਐ ਐਸਾ ਸਿਮਰੋ ਨਿਤ। ਜਿੱਦਣ ਤੈਨੂੰ ਲੋੜ ਤੋਂ ਮੁਸੀਬਤ ਵਿੱਚ ਫਸਿਆ ਸੀ, ਜਿਹੋ ਜਿਹਾ ਉਹ ਤੂੰ ਰੱਬ ਨੂੰ ਜਿੱਦਾਂ ਯਾਦ ਕੀਤਾ, ਜਿੰਨੀ ਨਿਮਰਤਾ ਦੇ ਨਾਲ, ਜਿੰਨੀ ਨਿਮਾਨਤਾ ਦੇ ਨਾਲ, ਜੇ ਤੂੰ ਏਦਾਂ ਰੋਜ਼ ਯਾਦ ਕਰੇ ਤੇ ਸੱਚ ਜਾਣੀ ਤੇਰੇ ਜਿਹੜੇ ਚੰਗਿਆਈਆਂ ਤੇਰੇ ਅੰਦਰੋਂ ਦੂਰ ਹੋ ਗਈਆਂ, ਚਲੇ ਗਈਆਂ ਨਾ, ਇੱਕ ਤੇ ਉਹ ਤੇਰੇ ਅੰਦਰ ਵਾਪਸ ਆ ਜਾਣਗੀਆਂ, ਇੱਕ ਵਾਹਿਗੁਰੂ ਪ੍ਰਮਾਤਮਾ ਦੇ ਚਰਨਾਂ ਵਿੱਚ ਤੇਰਾ ਵਾਸਾ ਹੋ ਜਾਵੇ। ਖੈਰ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਕੀ ਕਹਿ ਰਹੇ ਨੇ, ਬਚਨ ਬੜੇ ਪਿਆਰੇ ਨੇ। ਕਹਿਣ ਲੱਗੇ ਸਭ ਕੋ ਨਿਵੇ ਆਪ ਕੋ, ਪਰ ਕੋ ਨਿਵੇ ਨਾ ਹੋਏ। ਜਿੱਦਣ ਦੂਸਰੇ ਦੀ ਖਾਤਰ, ਪਰ ਕੋ ਦਾ ਭਾਵ ਹੈ ਪਰਾਏ ਦੀ ਖਾਤਰ ਕੋਈ ਨਹੀਂ ਕਿਸੇ ਦੇ ਅੱਗੇ ਝੁਕਦਾ ਜੀ, ਸਾਰੇ ਆਪਣੀ ਲੋੜ ਨੂੰ ਹੀ ਜਾ ਕੇ ਝੁਕਦੇ ਨੇ, ਪਰਾਏ ਦੀ ਖਾਤਰ ਕੋਈ ਨਹੀਂ ਝੁਕਦਾ। ਇਹ ਵਿਰਲਾ ਕੋਈ ਹੋਵੇਗਾ, ਹਾਂ ਕਈ ਵਿਰਲੇ ਹੁੰਦੇ ਨੇ। ਹੁਣ ਜਿੱਦਣ ਲੀਡਰਾਂ ਨੂੰ ਲੋੜ ਹੁੰਦੀ ਹੈ ਆਪਣੀ ਵੋਟਾਂ ਮੰਗਣ ਵਾਸਤੇ, ਹੱਥ ਜੋੜਦੇ ਨੇ। ਸਰਪੰਚ ਸਾਹਿਬ ਆਣ ਕੇ, ਸਰਪੰਚ ਬਣ ਆਣ ਕੇ ਹੱਥ ਜੋੜਦੇ ਨੇ। ਪਰ ਜਿੱਦਣ ਉਹ ਬਣ ਜਾਂਦੇ ਨੇ ਵੀ ਸਾਨੂੰ ਕੰਮ ਪੈਂਦਾ ਵੀ ਸਾਡਾ ਆਹ ਕੰਮ ਹੈ ਤੁਸੀਂ ਕਰ ਦਿਓ, ਉਹ ਸਾਡੀ ਖਾਤਰ ਵੀ ਕਿਸੇ ਦੇ ਅੱਗੇ ਹੱਥ ਜੋੜ ਕੇ ਜੋੜਦਾ, ਕੋਈ ਜਾ ਕੇ MLA ਜਾਂ ਕੋਈ ਹੋਰ ਕੋਈ ਜਾ ਕੇ ਵੀ ਮੈਨੂੰ ਇਹਨਾਂ ਨੇ, ਜਦੋਂ ਮੈਨੂੰ ਲੋੜ ਸੀ ਇਹਨਾਂ ਨੇ ਵੋਟਾਂ ਦਿੱਤੀਆਂ, ਮੈਂ ਇਹਨਾਂ ਦੇ ਅੱਗੇ ਹੱਥ ਜੋੜੇ ਸੀ, ਅੱਜ ਮੈਂ ਇਹਨਾਂ ਦੀ ਖਾਤਰ ਤੁਹਾਡੇ ਅੱਗੇ ਹੱਥ ਜੋੜਦਾ ਵੀ ਇਹਨਾਂ ਦੇ ਬੱਚੇ ਦਾ ਕੋਈ ਕੰਮ ਹੈ, ਜ਼ਰੂਰ ਫਸਿਆ ਹੋਇਆ ਥੋੜਾ ਜਿਹਾ, ਜੇ ਤੁਸੀਂ ਮਦਦ ਕਰ ਦਿਓਗੇ ਤੇ ਇਹਨਾਂ ਦੇ ਬੱਚੇ ਨੂੰ ਜਗ੍ਹਾ ਮਿਲ ਜਾਊਗੀ, ਕਿਤੇ ਸੀਟ ਮਿਲ ਜਾਊਗੀ, ਕਿਤੇ ਇਹ ਉੱਚੇ ਉਹਦੇ ਨੌਕਰੀ ਕਰ ਲਵੇਗਾ, ਕਿਤੇ ਇਹਨੂੰ ਜੌਬ ਮਿਲ ਜੀ।
ਸਾਨੂੰ ਲੋੜ ਅਸੀਂ ਜਾ ਕੇ ਜੋੜਦੇ, ਪਰ ਸਾਡੀ ਖਾਤਰ ਕੋਈ ਨਹੀਂ ਜਾ ਕੇ ਜੋੜਦਾ। ਖੈਰ, ਸਤਿਗੁਰੂ ਦਾਤਾ ਜੀ ਉੱਥੇ ਕਹਿੰਦੇ ਨੇ ਸਭ ਕੋ ਨਿਵੇ ਆਪ ਕੋ, ਇਹ ਵੀ ਕੋਈ ਗੱਲ ਨਹੀਂ ਹੈ। ਨਿਮਰਤਾ ਉਹ ਹੈ ਗੁਰਮੁਖੋ, ਗੁਰੂ ਪਾਤਸ਼ਾਹ ਮਹਾਰਾਜ ਨੂੰ ਕੋਈ ਲੋੜ ਨਹੀਂ ਹੈ, ਪਰ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਡੀ ਖਾਤਰ ਰੱਬ ਦੇ ਚਰਨਾਂ ਦੇ ਵਿੱਚ ਅਰਦਾਸ ਕਰਦੇ ਨੇ ਕਿ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਤਾਰ। ਹੱਥ ਜੋੜ ਕੇ ਰੱਬ ਜੀ ਨੂੰ ਕਹਿੰਦੇ ਨੇ ਕਿ ਇਸ ਸੰਸਾਰ ਦੇ ਲੋਕ ਬੁਰਾਈਆਂ ਦੀ ਅੱਗ ਵਿੱਚ ਵਾਹਿਗੁਰੂ ਜੀ ਸੜਦੇ ਪਏ ਨੇ, ਦੁੱਖਾਂ ਦੀ ਅੱਗ ਵਿੱਚ ਸੜਦੇ ਪਏ ਨੇ। ਸੱਚਾ ਪਾਤਸ਼ਾਹ ਮਹਾਰਾਜ ਇਹਨਾਂ ਤੇ ਕਿਰਪਾ ਕਰ, ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਤਾਰ, ਜਿੱਤ ਦੁਆਰੇ ਉਭਰੇ ਦਿੱਤੇ ਲਿਓ ਬਾਰ। ਜਿਵੇਂ ਵੀ ਹੁੰਦਾ ਏ ਇਹਨਾਂ ਸੰਸਾਰ ਦੇ ਲੋਕਾਂ ਦਾ ਰੱਬ ਜੀ ਭਲਾ ਕਰ ਦਿਓ। ਇਹ ਗਲਤ ਰਾਹ ਦੇ ਉੱਤੇ ਪੈ ਗਏ ਨੇ ਵਾਹਿਗੁਰੂ ਸੱਚੇ ਪਾਤਸ਼ਾਹ, ਪਰ ਫਿਰ ਵੀ ਤੇਰੇ ਨੇ, ਇਹਨਾਂ ਦੇ ਉੱਤੇ ਮਿਹਰ ਕਰ ਸਾਈਆਂ, ਇਹਨਾਂ ਦੇ ਉੱਤੇ ਕਿਰਪਾ ਕਰ। ਇਹ ਗੁਰੂ ਪਾਤਸ਼ਾਹ ਮਰ ਦੀ ਵਡਿਆਈ ਜੋ ਸਾਡੀ ਖਾਤਰ ਸਤਿਗੁਰੂ ਨੂੰ ਸਾਡੇ ਕੋਲ ਕੋਈ ਚਾਹੀਦਾ ਨਹੀਂ ਹੈ, ਪਰ ਸਾਡੇ ਵਾਸਤੇ ਵਾਹਿਗੁਰੂ ਦੇ ਚਰਨਾਂ ਵਿੱਚ ਗੁਰੂ ਮਹਾਰਾਜ ਅਰਦਾਸ ਵੀ ਕਰਦੇ ਨੇ ਕਿ ਇਹਨਾਂ ਤੇ ਵਾਹਿਗੁਰੂ ਜੀ ਕਿਰਪਾ ਕਰੋ, ਇਹਨਾਂ ਤੇ ਮਿਹਰ ਕਰੋ। ਖੈਰ ਗੁਰਮੁਖੋ, ਮੈਂ ਅਗਲੇ ਪਾਸੇ ਜਾਵਾਂ। ਅਗਲਾ ਜਿਹੜੀ ਵਿਚਾਰ ਹੈ ਇਹਦੇ ਵਿੱਚੋਂ ਹੀ ਮਿੱਠਤ ਨੀਵੀਂ ਦੀ ਆਉਂਦੀ, ਪਰ ਨਿਮਣਾ ਵੀ ਕਿਵੇਂ, ਉਹਦੇ ਵਿੱਚ ਵਾਹਿਗੁਰੂ ਜੀ ਨੇ ਬੜਾ ਕੁਝ ਦੱਸਿਆ ਹੋਇਆ। ਹੁਣ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਕਹਿਣ ਲੱਗੇ ਸਭ ਕੋ ਨਿਵੇ ਆਪ ਕੋ, ਪਰ ਕੋ ਨਿਵੇ ਨਾ ਕੋਈ। ਅਗਲੇ ਪਾਸੇ ਇੱਕ ਬੜਾ ਪਿਆਰਾ ਬਚਨ ਕਿਹਾ, ਕਿਸੇ ਵੇਲੇ ਨਿਮਣਾ ਜਿਹੜਾ ਹੈ ਅਸੀਂ ਕਮਜ਼ੋਰੀ ਸਮਝ ਲੈਂਦੇ ਵੀ ਆਹ ਬੰਦਾ ਤੇ ਯਾਰ ਹਰੇਕ ਦੇ ਅੱਗੇ ਹੱਥ ਜੋੜਦਾ ਤੁਰਿਆ ਫਿਰਦਾ। ਕਿਸੇ ਦੀ ਨਿਮਰਤਾ ਨੂੰ ਕਮਜ਼ੋਰੀ ਨਹੀਂ ਸਮਝਣਾ, ਕਿਉਂਕਿ ਰੱਬ ਦੇ ਘਰ ਦਾ ਜਿਹੜਾ ਅਸੂਲ ਹੈ ਨਾ, ਸਤਿਗੁਰੂ ਜੀ ਕਹਿੰਦੇ ਤੁਸੀਂ ਦੁਨੀਆ ਦੇ ਵਿੱਚ ਦੇਖੋ ਕਿਤੇ ਤੱਕੜੀ ਦੇ ਦੋ ਛਾਬਿਆਂ ਵਾਲੀ ਤੱਕੜੀ ਦੇਖੀ ਹੋਵੇ। ਅੱਜ ਕੱਲ੍ਹ ਤੇ ਕੰਪਿਊਟਰਾਈਜ਼ ਜਿਹੜੇ ਕੰਡੇ ਵਗੈਰਾ ਨੇ ਉਹ ਆ ਗਏ ਨੇ, ਪਰ ਜਦੋਂ ਆਪਾਂ ਪਿੱਛੇ ਦੁਕਾਨ ਦੇ ਉੱਤੇ ਸਮਾਨ ਲੈਣ ਜਾਂਦੇ ਸੀ, ਅੱਜ ਵੀ ਕਈਆਂ ਦੇ ਕੋਲ ਤੱਕੜੀਆਂ ਦੇ ਨਾਲ ਤੋਲਦੇ ਹੋਣ, ਤੇ ਉਹ ਤੱਕੜੀ ਦੇ ਦੋ ਤਰਾਜੂ ਹੁੰਦੇ ਜੀ। ਉਹ ਤਰਾਜੂਆਂ ਦੀ ਇੱਕ ਉਦਾਹਰਨ ਦਿੱਤੀ ਸਾਹਿਬ ਕਿਰਪਾਲੂ ਜੀ ਨੇ, ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਨੇ, ਕਹਿੰਦੇ ਧਰ ਤਰਾਜੂ ਤੋਲੀਐ ਨਿਵੇਂ ਸੋ ਗੌਰਾ ਹੋਏ। ਜਦੋਂ ਆਪਾਂ ਉਹ ਛਾਬਿਆਂ ਨੂੰ ਦੇਖਦੇ ਹਾਂ ਤੇ ਜਿਹਦੇ ਵਿੱਚ ਜ਼ਿਆਦਾ ਕੁਝ ਹੁੰਦਾ ਨਾ ਜੀ, ਉਹ ਛਾਬਾ ਝੁਕਿਆ ਹੁੰਦਾ, ਜਿਹਦੇ ਵਿੱਚ ਭਾਰ ਜ਼ਿਆਦਾ ਹੁੰਦਾ, ਵੇਟ ਜ਼ਿਆਦਾ ਹੁੰਦਾ, ਉਹ ਥੱਲੇ ਝੁਕਿਆ ਹੁੰਦਾ, ਜਿਹਦੇ ਵਿੱਚ ਨਹੀਂ ਹੁੰਦਾ ਉਹ ਉੱਪਰ ਉੱਠਿਆ ਹੁੰਦਾ। ਧਰ ਤਰਾਜੂ ਦੇ ਵਿੱਚ ਕਹਿੰਦੇ ਤੋਲ ਕੇ ਜਦੋਂ ਦੇਖੀਏ ਧਿਆਨ ਮਾਰ ਕੇ, ਜਿਹਦੇ ਵਿੱਚ ਕੁਝ ਹੈ ਜਿਹੜਾ ਭਾਰਾ ਏ ਉਹ ਝੁਕਿਆ ਏ, ਜਿਹੜਾ ਹੌਲਾ ਏ ਉੱਪਰ ਉੱਠਿਆ ਏ। ਤੇ ਸਤਿਗੁਰੂ ਜੀ ਕਹਿਣ ਲੱਗੇ ਕਿ ਇਹਦਾ ਮਤਲਬ ਇਹ ਹੈ ਕਿ ਜਿਹੜਾ ਨਿਮਰਤਾ ਦੇ ਵਿੱਚ ਨਿਮਦਾ ਏ ਨਾ, ਉਹ ਅਸਲ ਦੇ ਵਿੱਚ ਦੂਸਰੇ ਦੇ ਨਾਲ ਵੱਡਾ ਹੈ। ਨਿਮਣ ਦੇ ਨਾਲ ਕੋਈ ਛੋਟਾ ਨਹੀਂ ਹੁੰਦਾ, ਨਿਮਣ ਦੇ ਨਾਲ ਗੁਰੂ ਨਾਨਕ ਦੇ ਘਰ ਦੇ ਵਿੱਚ ਵਡਿਆਈ ਪ੍ਰਾਪਤ ਹੁੰਦੀ। ਧਿਆਨ ਦਿਆ ਜੀ, ਨਿਮਣਾ ਇੱਕ ਕਮਜ਼ੋਰੀ ਨਹੀਂ ਹੈ, ਨਿਮਣ ਵਾਲਾ ਛੋਟਾ ਨਹੀਂ ਹੈ। ਕਹਿੰਦੇ ਤੁਸੀਂ ਖੁਦ ਦੇਖ ਲਓ, ਜਿਹੜਾ ਤਰਾਜੂ ਪਿਆ ਹੋਇਆ ਉਹ ਕੀ ਹੈ ਜੀ, ਕਹਿੰਦੇ ਉਹ ਵੱਡਾ ਹੈ ਨਾ, ਉਹਦੇ ਵਿੱਚ ਭਾਰ ਜ਼ਿਆਦਾ ਹੈ, ਵੇਟ ਜ਼ਿਆਦਾ। ਧਰ ਤਰਾਜੂ ਤੋਲੀਐ, ਜਦੋਂ ਤਰਾਜੂ ਦੇ ਵਿੱਚ ਤੁਸੀਂ ਧਰ ਕੇ ਕੋਈ ਚੀਜ਼ ਤੋਲਦੇ ਹੋ, ਜਿਹੜੀ ਨਿਮਦੀ ਹੈ ਉਹ ਕੀ ਹੈ, ਉਹਦੇ ਵਿੱਚ ਵੇਟ ਜ਼ਿਆਦਾ। ਇਸੇ ਤਰ੍ਹਾਂ ਜਿਹੜਾ ਝੁਕਦਾ ਹੈ, ਜਿਹਦੇ ਅੰਦਰ ਨਿਮਰਤਾ ਹੈ, ਅਸਲ ਦੇ ਵਿੱਚ ਉਹੀ ਗੁਣਵਾਨ ਪੁਰਖ ਹੈ, ਉਹ ਅਸਲ ਵਿੱਚ ਚੰਗਾ ਹੈ। ਜਿਵੇਂ ਸਤਿਗੁਰੂ ਦੀ ਬਾਣੀ ਦੇ ਵਿੱਚ ਬਚਨ ਆ ਜਾਂਦੇ ਨੇ ਤੇ ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ ਆਪਸ ਕੋ ਜੋ ਜਾਣੇ ਨੀਚਾ ਸੋ ਗਣੀਏ ਸਭ ਤੇ ਉੱਚਾ। ਤੇ ਪਰ ਜਿਹੜਾ ਆਪਣੇ ਆਪ ਨੂੰ ਉਦਾਂ ਚੰਗਾ ਸਲਵਾਈ ਜਾਵੇ, ਜੋ ਕਬੀਰ ਸਾਹਿਬ ਨੇ ਦੇਖੋ ਹੁਣ ਉਹ ਨਿਮਰਤਾ ਉਹਨਾਂ ਦੇ ਅੰਦਰ ਕਿੰਨੀ ਕੁ ਹੈ, ਪਰ ਉਹ ਕੀ ਕਰ ਰਹੇ ਨੇ। ਅਸੀਂ ਕਬੀਰ ਸਾਹਿਬ ਨੂੰ, ਕਬੀਰ ਦਾ ਅਰਥ ਹੀ ਵੈਸੇ ਵੱਡਾ ਹੁੰਦਾ। ਕਬੀਰ ਸਾਹਿਬ ਕਹਿੰਦੇ ਨੇ ਕਬੀਰ ਸਭ ਤੇ ਹਮ ਬੁਰੇ, ਬੰਦਾ ਆਪਣੇ ਆਪ ਨੂੰ ਚੰਗਾ ਸਾਬਤ ਕਰਨ ਵਿੱਚ ਲੱਗਾ, ਲੋਕ ਮੇਰੀ ਵਡਿਆਈ ਕਰਨ, ਪਰ ਕਬੀਰ ਸਾਹਿਬ ਜੀ ਕਹਿੰਦੇ ਨੇ ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ। ਮੈਂ ਸਾਰਿਆਂ ਨਾਲੋਂ ਮਾੜਾ, ਮੈਨੂੰ ਛੱਡ ਕੇ ਜਿੰਨੇ ਸੰਸਾਰ ਦੇ ਲੋਕ ਨੇ ਉਹ ਸਾਰੇ ਚੰਗੇ ਨੇ। ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ, ਜਿਨ ਐਸਾ ਕਰ ਬੂਝਿਆ ਮੀਤ ਹਮਾਰਾ ਸੋਏ। ਤੇ ਜਿਨਨੇ ਇਹੋ ਜਿਹੀ ਜ਼ਿੰਦਗੀ ਜਿਉਣ ਦਾ ਵੱਲ ਸਿੱਖ ਲਿਆ, ਉਹ ਸਾਡਾ ਸੱਜਣ ਤੇ ਮਿੱਤਰ ਹੈ। ਇਹ ਨਿਮਰਤਾ ਹੈ। ਬਾਬਾ ਫਰੀਦ ਸਾਹਿਬ ਦੀ ਲੋਕ ਵਡਿਆਈ ਕਰਦੇ ਨੇ, ਪਰ ਉਹਨਾਂ ਦੇ ਅੰਦਰ ਕਿੰਨੀ ਨਿਮਰਤਾ ਹੈ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਨੇ ਫਰੀਦਾ ਕਾਲੇ ਮਹਿੰਦੇ ਕੱਪੜੇ, ਕਾਲਾ ਮਹਿੰਦਾ ਵੇਸ, ਗੁਣ ਹੀ ਭਰਿਆ ਮੈਂ ਫਿਰਾਂ ਲੋਕ ਕਹਿਣ ਦਰਵੇਸ਼। ਦੁਨੀਆ ਦੇ ਲੋਕੋ ਮੈਂ ਤੇ ਗੁਨਾਹਾਂ ਨਾਲ ਭਰਿਆ ਹੋਇਆ, ਤੁਸੀਂ ਮੈਨੂੰ ਦਰਵੇਸ਼ ਕਹਿ ਰਹੇ ਹੋ, ਰੱਬ ਦਾ ਫਰਿਸ਼ਤਾ ਕਹਿ ਰਹੇ ਹੋ, ਚੰਗਾ ਕਹਿ ਰਹੇ ਹੋ, ਮੇਰੀਆਂ ਵਡਿਆਈਆਂ ਕਰਦੇ ਪਏ ਹੋ। ਪਰ ਜਿਹੜਾ ਹੁਣ ਆਪਣੇ ਆਪ ਦੀ ਵਡਿਆਈ ਆਪੇ ਕਰੀ ਜਾਵੇ, ਆਪਸ ਕੋ ਜੋ ਭਲਾ ਕਹਾਵੇ ਕਿਸੇ ਭਲਾਈ ਨਿਕਟ ਨਾ ਆਵੇ, ਉਹਦੀ ਭਲਾਈ ਗੁਰਮੁਖੋ ਲਾਗੇ ਵੀ ਨਹੀਂ ਆਉਂਦੀ, ਲਾਗੇ ਨਹੀਂ ਆਉਂਦੀ।
ਜਿਹੜਾ ਹੁਣ ਹੰਕਾਰ ਹੈ ਇੱਕ ਨਿਮਰਤਾ ਹੈ, ਹੰਕਾਰ ਔਗੁਣ ਹੈ ਤੇ ਨਿਮਰਤਾ ਸਭ ਤੋਂ ਵੱਡਾ ਗੁਣ ਹੈ। ਤੇ ਇੰਜ ਕਹਿ ਲਓ ਫਿਰ ਹੰਕਾਰ ਸਭ ਤੋਂ ਵੱਡਾ ਔਗੁਣ ਹੈ। ਹਉਮੈ ਦੀਰਘ ਰੋਗ ਹੈ, ਸਭ ਤੋਂ ਵੱਡਾ ਦੀਰਘ ਰੋਗ ਔਗੁਣ ਹੈ। ਹੁਣ ਇੱਕ ਬੇਨਤੀ ਮੇਰੀ ਫਿਰ ਸੁਰ ਧਿਆਨ ਨਾਲ ਸੁਣਨੀ, ਜਿਹੜਾ ਹੰਕਾਰ ਆਵੇਗਾ ਨਾ, ਹੰਕਾਰ ਆਪਣੇ ਆਪ ਦੇ ਵਿੱਚ ਇਕੱਲਾ ਨਹੀਂ ਆਉਂਦਾ, ਉਹ ਕਿਸੇ ਚੀਜ਼ ਦੇ ਉੱਤੇ ਖਲੋਤਾ ਹੁੰਦਾ ਹੈ ਹੰਕਾਰ। ਇੱਕ ਬੰਦੇ ਦੇ ਕੋਲ ਬੜਾ ਸੋਹਣਾ ਵੱਡਾ ਘਰ ਹੈ, ਉਹਨੂੰ ਵੱਡੇ ਘਰ ਹੋਣ ਦਾ ਹੰਕਾਰ ਹੈ। ਇੱਕ ਗਰੀਬ ਵਿਚਾਰਾ ਝੌਂਪੜੀ ਵਿੱਚ ਰਹਿ ਰਿਹਾ, ਉਹਨੂੰ ਕਿਸ ਚੀਜ਼ ਦਾ ਹੰਕਾਰ ਹੋਵੇਗਾ ਜੀ? ਗਰੀਬ ਨੂੰ ਕਿਸ ਚੀਜ਼ ਦਾ ਹੰਕਾਰ? ਕਿਉਂਕਿ ਉਹ ਤੇ ਝੌਂਪੜੀ ਵਿੱਚ ਰਹਿ ਰਿਹਾ ਹੈ। ਇੱਕ ਗੱਡੀ ਦੇ ਉੱਤੇ ਵੱਡੀ ਸਾਰੀ ਤੇ ਜਾ ਰਿਹਾ, ਉਹਦਾ ਹੰਕਾਰ ਉਸ ਗੱਡੀ ਤੇ ਖਲੋਤਾ ਹੋਇਆ। ਇੱਕ ਵਿਚਾਰਾ ਪੈਦਲ ਜਾ ਰਿਹਾ, ਉਹਦਾ ਕੋਈ ਨਾ ਹੰਕਾਰ ਨਹੀਂ ਹੋਵੇਗਾ ਜਿੰਨਾ ਗੱਡੀ ਵਾਲੇ ਦੇ ਕੋਲ ਹੋਵੇਗਾ, ਕਿਉਂਕਿ ਹੰਕਾਰ ਵੀ ਕਿਸੇ ਚੀਜ਼ ਤੇ ਖਲੋਤਾ ਹੈ। ਇੱਕ ਬਹੁਤ ਸੁੰਦਰ, ਇੱਕ ਬਹੁਤ ਸੋਹਣਾ ਮਨੁੱਖ ਹੈ, ਉਹਨੂੰ ਆਪਣੇ ਸੁਹੱਪਣ ਦਾ, ਆਪਣੀ ਜਵਾਨੀ ਦਾ ਹੰਕਾਰ ਹੈ। ਇੱਕ ਦੇ ਕੋਲ ਇੰਨੀ ਸੁੰਦਰਤਾ ਨਹੀਂ, ਉਹਦੇ ਕੋਲ ਓਨਾ ਹੰਕਾਰ ਨਹੀਂ। ਇੱਕ ਵੱਡੇ ਸੋਹਣੇ ਬੈੱਡ ਦੇ ਉੱਤੇ ਸੁੰਦਰ ਦੇ ਉੱਤੇ ਸੌਂਦਾ, ਉਹਨੂੰ ਬੜਾ ਹੰਕਾਰ ਹੈ। ਇੱਕ ਵਿਚਾਰਾ ਥੱਲੇ ਫੁੱਟਪਾਥ ਦੇ ਉੱਤੇ ਸੁੱਤਾ ਪਿਆ, ਉਹਦੇ ਕੋਲ ਕਿੱਥੋਂ ਹੰਕਾਰ ਹੋਵੇਗਾ? ਇਹ ਹੰਕਾਰ ਕਿਸੇ ਚੀਜ਼ ਦੇ ਉੱਤੇ ਆ ਕੇ ਖਲੋਤਾ ਹੋਇਆ। ਤੇ ਜਿਨ੍ਹਾਂ ਚੀਜ਼ਾਂ ਤੇ ਆਣ ਕੇ ਹੰਕਾਰ ਖਲੋਤਾ, ਕਦੀ ਜਾਣਿਆ ਕਿ ਉਹ ਚੀਜ਼ਾਂ ਆਈਆਂ ਕਿੱਥੋਂ? ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਇੱਕ ਬੜਾ ਪਿਆਰਾ ਬਚਨ ਕਰਦੇ ਨੇ ਗੁਰੂ ਸਾਹਿਬ ਜੀ, ਕਹਿਣ ਲੱਗੇ, ਜਿਸ ਕੈ ਅੰਤਰ ਰਾਜ ਅਭਿਮਾਨ ਰਾਜਾ ਏ। ਭਿਖਾਰੀ ਨੇ ਕਾਹਦਾ ਹੰਕਾਰ ਕਰਨਾ? ਤੇ ਰਾਜ ਭਾਗ ਦਾ ਨੂੰ ਹੰਕਾਰ ਹੈ। ਪਰ ਸਤਿਗੁਰੂ ਜੀ ਉਹਦੇ ਬਾਰੇ ਤਸਵੀਰ ਕੀ ਖਿੱਚ ਰਹੇ ਨੇ, ਜਿਸ ਕੈ ਅੰਤਰ ਰਾਜ ਅਭਿਮਾਨ ਸੋ ਨਰਕ ਪਾਤੀ ਹੋਵਤ ਸਵਾਨ। ਨਰਕਾਂ ਦਾ ਕੂਕਰ ਕਹਿ ਦਿੱਤਾ। ਜਿਸ ਕੈ ਅੰਤਰ ਰਾਜ ਅਭਿਮਾਨ ਸੋ ਨਰਕ ਪਾਤੀ ਹੋਵਤ ਸਵਾਨ। ਜੋ ਜਾਣੇ ਮੈਂ ਜੋਬਨਵੰਤ, ਜਿਹਨੂੰ ਜਵਾਨੀ ਦਾ ਹੰਕਾਰ ਹੋ ਗਿਆ, ਸੋ ਜਾਣੇ ਬਿਸ਼ਟਾ ਕਾ ਜੰਤ। ਆਪਸ ਕੋ ਕਰਮਵੰਤ ਕਹਾਵੈ। ਕਰਮਵੰਤ ਸਵੇਰੇ ਅੰਮ੍ਰਿਤ ਵੇਲੇ ਉੱਠਿਆ ਜੀ, ਇੱਕ ਵਿਚਾਰਾ ਲੰਮੇ ਪਿਆ ਸੀ, ਉਹਨੂੰ ਤੇ ਹੰਕਾਰ ਨਹੀਂ ਸੀ ਆਉਣਾ, ਪਰ ਅੰਮ੍ਰਿਤ ਵੇਲੇ ਉੱਠਣ ਦਾ ਵੀ ਹੰਕਾਰ ਹੋ ਸਕਦਾ ਹੈ। ਇੱਕ ਨੇ ਨਿਤਨੇਮ ਨਹੀਂ ਕੀਤਾ, ਉਹਨੂੰ ਹੰਕਾਰ ਨਹੀਂ। ਇੱਕ ਨੇ ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਕਰ ਲਿਆ, ਮੈਂ ਤੇ 5 ਬਾਣੀਆਂ ਦਾ ਨਿਤਨੇਮ ਕਰਦਾ ਤੇ ਕਰਦਾ ਹੀ ਕੁਝ ਨਹੀਂ, ਉਹ ਵੀ ਹੰਕਾਰ ਹੈ। ਉਹ ਵੀ ਹੰਕਾਰ ਨਹੀਂ ਹੋਣਾ ਚਾਹੀਦਾ। ਜੇ ਬਾਣੀ ਪੜ੍ਹਨ ਵਾਲੇ ਦੇ ਅੰਦਰ ਹੰਕਾਰ ਏਦਾਂ ਆ ਗਿਆ ਵੀ ਆਪਸ ਕੋ ਕਰਮਵੰਤ, ਮੈਂ ਬੜੇ ਚੰਗੇ ਕਰਮ ਕਰਦਾ ਜੀ, ਮੈਂ ਦਾਨ ਪੁੰਨ ਕਰਦਾ, ਉਹਨੂੰ ਕੀ ਮਿਲੇਗਾ? ਜਨਮ ਮਰੈ ਆਵਾਗੁਣ। ਚਾਹੀਦਾ ਤੇ ਸੀ ਕਿ ਚੰਗੇ ਕਰਮ ਕਰਕੇ ਆਵਾਗੁਣ ਕੱਟਿਆ ਜਾਂਦਾ, ਪਰ ਜੇ ਨਿਮਰਤਾ ਵਿੱਚ ਰਹਿੰਦਾ, ਇਹ ਮੈਂ ਨਹੀਂ ਕਰ ਰਿਹਾ, ਇਹ ਮੇਰਾ ਵਾਹਿਗੁਰੂ ਪਰਮਾਤਮਾ ਹੀ ਕਰਾ ਰਿਹਾ। ਜਿਵੇਂ ਸਿੱਖ ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਦਾ ਨਾ, ਤੇ ਅਰਦਾਸ ਦੇ ਵਿੱਚ ਕੀ ਸ਼ਬਦ ਬੋਲਦਾ ਗੁਰਮੁਖੋ? ਕਹਿੰਦਾ, ਤੁਧ ਆਗੇ ਅਰਦਾਸ ਹਮਾਰੀ, ਜੀਓ ਪਿੰਡ ਸਭ ਤੇਰਾ। ਇਹ ਜੀਓ ਦਾ ਭਾਵ ਜਿੰਦ ਜਾਨ ਆਤਮਾ, ਪਿੰਡ ਦਾ ਭਾਵ ਹੈ ਸਰੀਰ। ਇਹ ਮਾਲਕ ਮੇਰਾ ਤੇ ਹੈ ਹੀ ਕੁਝ ਨਹੀਂ, ਜਿਹਦੇ ਨਾਲ ਮੈਂ ਚੰਗਾ ਕੋਈ ਨੇਕੀ ਦਾ ਕੰਮ ਕੀਤਾ। ਇੱਥੇ ਨਿਮਰਤਾ ਹੈ, ਇਹ ਸਰੀਰ ਵੀ ਤੇਰਾ ਹੈ, ਇਹ ਜਿੰਦ ਜਾਨ ਵੀ ਤੇਰੀ, ਜੀਓ ਪਿੰਡ ਸਭ ਤੇਰਾ। ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਮ ਨਾ ਜਾਣੇ ਮੇਰਾ। ਇਹ ਲੋਕ ਜਿਹੜੇ ਮੈਨੂੰ ਚੰਗਾ ਕਹਿ ਰਹੇ ਨੇ ਨਾ, ਚੰਗਾ ਕਹਿਣ ਦੇ ਨਾਲ ਆਪਣੇ ਅੰਦਰ ਹੰਕਾਰ ਆ ਜਾਂਦਾ, ਮੈਂ ਬੜਾ ਚੰਗਾ। ਉਹ ਕਹਿੰਦੇ ਇਹ ਵਾਹਿਗੁਰੂ ਪਰਮਾਤਮਾ, ਇਹ ਮੈਨੂੰ ਨਹੀਂ, ਇਹ ਤੇਰਾ ਕਰਕੇ ਸਭ ਕੁਝ ਹੋ ਰਿਹਾ ਹੈ। ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਮ ਨਾ ਜਾਣੇ ਮੇਰਾ। ਇੱਥੇ ਨਿਮਰਤਾ ਹੈ ਸਿੱਖ ਦੇ ਅੰਦਰ। ਜੇ ਮੈਨੂੰ ਕੋਈ ਨਿਤਨੇਮੀ ਕਹਿ ਰਿਹਾ ਏ, ਜੇ ਮੈਨੂੰ ਕੋਈ ਰੋਜ਼ਾਨਾ ਗੁਰੂ ਘਰ ਆਉਣ ਵਾਲਾ ਕਹਿ ਰਿਹਾ ਏ, ਜੇ ਕੋਈ ਮੈਨੂੰ ਚੰਗਾ ਕਹਿ ਰਿਹਾ ਏ ਕਿ ਬੱਚਾ ਬੜਾ ਪੜ੍ਹਦਾ ਏ, ਇਹ ਬੜਾ ਲਾਇਕ ਹੈ, ਇਹ ਸਾਰਾ ਕੁਝ ਰੱਬ ਜੀ ਤੇਰਾ ਕਰਕੇ ਹੈ, ਮੇਰਾ ਆਪਣਾ ਕੁਝ ਵੀ ਨਹੀਂ, ਵਾਹਿਗੁਰੂ ਦਾ ਕਰਕੇ। ਉੱਥੇ ਨਿਮਰਤਾ। ਕਬੀਰ ਮੇਰਾ ਮੁਝ ਮੇਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ। ਕਬੀਰ ਸਾਹਿਬ ਕਹਿੰਦੇ, ਤੇਰਾ ਤੁਝ ਕੋ ਸੌਂਪ ਤੇ ਕਿਆ ਲਾ। ਇਹ ਕਬੀਰ ਸਾਹਿਬ ਜੀ ਦੇ ਅੰਮ੍ਰਿਤਮਈ ਜਿਹੜੇ ਬੋਲ ਨੇ, ਇਹ ਸਾਨੂੰ ਕਿਵੇਂ ਉਹ ਦੱਸ ਰਹੇ ਨੇ। ਹੁਣ ਸਾਹਿਬ ਕਿਰਪਾਲੂ ਜੀ ਕਹਿਣ ਲੱਗੇ,
जिसके अंतराज मान सो नरक पाती होव सवा, जो जाने मैं जोबनवंत, उन्हें पता नहीं जवानी किथों आई। सो होवत बिष्टा का जंत आपस को कर्मवंत कहावै, जन्म मरे बहु जोन प्रमावै, धन भूम का जो करे कमान। किसी दे कोल धन दौलत बहुत आ गई, ਉਹਦੇ ਕੋਲ भी हंकार आ गया ना जी। धन भूम का जो करे गुमान, धन भूम का जो करे गुमान, ਉਹਨੇ ਅੰਦਰ ਹੰਕਾਰ ਕਿੱਥੇ ਖਲੋਤਾ? ਧਨ ਭੂਮ ਦਾ। ਇਹ ਵੀ ਹੰਕਾਰ ਨਹੀਂ ਹੋਣਾ ਚਾਹੀਦਾ। ਹੁਣ ਹੰਕਾਰ ਨੂੰ ਕੱਟਣਾ ਹੈ, ਨਿਮਰਤਾ ਦੇ ਵਿੱਚ ਆਉਣਾ ਕਿਵੇਂ ਆ ਸਕਦੀ ਜੀ? ਧਨ ਭੂਮ ਕਾ ਜੋ ਕਰੇ ਗੁਮਾਨ, ਸੋ ਮੂਰਖ ਅੰਧਾ ਅਗਿਆਨ। आपस को जो भला कहावे तिसे भलाई निकटना। हुण सतगुरु जी ने एक बड़ा प्यारा वचन किया, कहन लगे इदां करिए, आपां गुरु के चरणों दे विच खलो के जो बाणी पढ़ांगे ना, वो सानूं निमरता दे विच गुरमुख को लैके आवे। शब्द गुरु की बाणी का सतगुरु पातशाह महाराज कहण लगे, रूपवंत होए नाही मोह है, जे तैनूं रब ने रूप दिता, जवानी दिती, सुंदरता दिती, इते मोहत होवेगा ते हंकारी हो जाएगा। तो इदा कर रब वाले पासे ध्यान दे, निमरता दे विच आउणा, हंकार दे विच नहीं। वो किवें? रूपवंत होए नाही मोह है, रब की जोत सकल घट सो है। मैं सोहना नहीं, मेरी सुंदरता जिहड़ी है रब की जोत करके है। जे वाहिगुरु तेरी जोत मेरे अंदर ना हुंदी, जे दिन देखो ना रब की जोत निकलती, जो आत्मा शरीर विचों निकलती है, वो सोहना भी कसोहना ते करूप हो जाता, बदसूरत हो जाता। ते मूँह ते कपड़ा पाते भी उन्हें देखियो ना, हुण बच्चे रात नूं डरन के बच्चों नूं परे लै जांदे, जिहड़ा बड़ा सोहना लगदा सी। क्यों? रब की जोत निकल गई। असीं जे सोहणे है तां हंकार ना करिए, रब दे चन्नां नाल जुड़ीए। रब्बा तेरी जोत करके ही ये सुंदरता है। रूपवंत होए नाही मोह है, प्रभ की जोत सकल घट सो। फिर होर की है? उत्थे एक वाहिगुरू जी ने एक होर बचन किया, जिवें कोई दान करदा, दान करन दा हंकार भी आ जाता। जे को होए बह दातार, तिस देनहार जाने गवा। कि मैं किसी नूं दान करता, उहदा हंकार आ गया। नहीं, वाहिगुरू परमात्मा जे तू दिता है ते मैं किसी नूं दे रहा हां, इत्थे निमरता है। जिथे निमरता दे विच तुसीं किसी नूं दिओगे, लैण वाले दे अंदर भी गुरमुखो कोई गलानी नहीं होवेगी, हीण भावता नहीं आवेगी। जे ये जान के दिता जाए कि रब दा दिता है, इहदे अंदर रब दी जोत है, ते रब दा दिता ही किसी नूं मैं दे रहा, मैं अपना की दे रहा, उत्थे हंकार किवें आएगा? हुण एक थोड़ा जिहा ध्यान दिया जे, जदों आपां किसी इतिहासक स्थान के दर्शन करने वास्ते जाते, इतिहासक स्थान के जिहड़े गुरु घर बहुत दूर होंदे ने, जिवें चलो आनंदपुर साहिब चले गए, सचखंड श्री हरमंदर साहिब आ गए, तरनताਰਨ साहिब, गोंदवाल खडूर साहिब, दमदमा साहिब, इतिहासक स्थान बने हुए ने। एक होंदे ने पिंडां दे विच गुरुद्वारे बने हुए। जदों असीं इतिहासक स्थान ते जांदे हां, निमरता दे नाल जा रहे हुंदे ने, असीं कहंदे उत्थे जाके सानूं बहुत शांति मिली। एक असीं अपने गुरु घर विच जिहड़े अपने बनाए हुंदे, उत्थे साडा की जुड़िया हुंदा? हंकार जुड़िया हुंदा। उत्थे दान पुण्य कीता हुंदा जी, मैं इट्टां दित्तियां जी, मैं सीमेंट दित्ता जी, मैं आ जिहड़ा पक्खा चलदा पिया जिहदे थल्ले आपां बैठे आ, मैं लवाया। उत्थे जाके सानूं शांति नहीं आउंदी। उन्हां गुरु घरां विच लड़ाई हुंदी है, क्रोध हुंदा, हंकार हुंदा। वो कहंदा मेरी चलनी चाहिदी, वो कहंदा मेरी चलनी चाहिदी। सदके गुरु घर दे विच शांति आउणी चाहिदी सी। पर जिहड़े गुरु घर हंकार दे उत्ते बने, कि हंकार दे नाल जातिवाद दे हंकार जां होर किसी हंकार दे नाल बने, कि साडा गुरु घर, असीं अपना गुरु घर बना लिया, असीं गुरु दे बनना सी ते गुरु ने अपने आप साडे बन जाना सी। पर गुरु ने तो अपना बनाया, पर गुरु ते बने नहीं। गुरु दा कौन बनेगा? जिहड़ा निमरता दे नाल जावेगा। जिथे निमरता नाल जांदे उहनूं गुरु घरां दे विच शांति मिलती है। पर जदों असीं अपने हंकार दे विच जांदे भी ते साडा है ते मेरा बनाया होया, उत्थे साडा हंकार जुड़िया, उत्थे शांति दी जगह ते अशांति मिलती है। सानूं शांति प्राप्त नहीं होंदी। इस गल दा ध्यान रखिया। जे को होए बह दतार, जे आपां दान पुण्य कीता भी है, गुरु घर विच सेवा कीती भी है, इस देनहार उन्होंने बेसमझ नूं की समझना चाहिए कि मैं की दिता ते रब दा, तिस देनहार जाने गवा। समझना।
इस करके इस हंकार नूं मिटा के ते निमरता लियाउणी ते गुरु की बाणी दे विचों आवेगी। हुण गुरु पातशाह थोड़ा जिहा आपां उस पासे चलीए, क्योंकि समा भी आजाद नहीं देंदा, टाइम आउण वाला। मेरे वाहिगुरु जी उत्थे एक होर बचन गुरमुख कर रहे ने बड़े प्यारे। वो प्यारे बचन की ने, कहंदे एक ते है कि एक अपने वास्ते झुकदा, दूसरे वास्ते नहीं झुकदा। अगली गल जिहड़ी गुरुदेव सच्चे पातशाह महाराज ने बख्शिश की वो भी बड़ी प्यारी है। सब को निवे आप को, पर को निवे ना कोई, धरत राजू तो लिए निवे सो गौरा होए। पर अगला वचन सुनो, अपराधी दुना निवे जो हंता मिरगाई। कई बार कोई बहुता झुकदा ना जी, ਇਹਦਾ मतलब ये ना समझ लेना कि ਉਹਦੇ अंदर निमरता है। अपराधी ते बहुत गुरु पातशाह महाराज कहते अपराधी जिहड़ा पापी बंदा हुंदा ਉਹ ललकड़ियां कड्ढी जाऊगा जी, कोर्ट कचहरी दे विच जाके हथ जोड़ी जाऊगा जी, रोई भी जाऊगा, अखां विचों हंझू भी घेरी जाऊगा। अपराधी दुना ने में उन्ना बंदा आम हथ नहीं जोड़ता जिन्ना अपराधी उत्थे अदालत में जोड़ रहा हुंदा कि हुण ते काम खराब हो गए। ਉਹਦੀ ਉਦਾਹਰਨ ਇੱਕ ਦਿੱਤੀ ਗੁਰਦੇਵ ਸੱਚੇ ਪਾਤਸ਼ਾਹ ਮਹਾਰਾਜ ਨੇ, ਕਹਿੰਦੇ ਜਿਵੇਂ ਸਿੱਖ ਹੁਣ ਕਹਿੰਦਾ ਮੈਂ ਬੜਾ ਝੁੱਕ ਕੇ ਮੱਥਾ ਟੇਕਿਆ। ਹੁਣ ਝੁਕਣ ਵਾਲਾ ਤੇ ਝੁਕਦਾ ਉਦਾਂ ਵੀ ਜਿਹੜਾ ਜੋ ਹੰਤਾ ਮਿਰਗਾਏ ਉਹ ਦੂਰਾ ਹੋ ਕੇ, ਜਿਹਨੇ ਮਿਰਗ ਦਾ शिकार करना हुंदा, मिर्ग दा शिकार करन वाला बड़ा झुक के निशाना लाउंदा। जो हंता, हंता दा भाव खत्म करना, मिर्गाए दा भाव मिर्ग हिरन नूं। हुण गुरुदेव जी कहंदे सीस निवाया क्या थी जां हृदय को सुधे जाए। साडा कल्ला गुरु ग्रंथ साहिब दे अगे मत्था टेकना साडी निमरता नहीं हो सकती। मैं बेनती की कि मत्था टेकण वाला मैक ते खलो के आप शब्द भी किसी वेले बोलता जिन्हें हंकार बड़ा हो सकता है कि तुसीं सीधा मत्था टेकिया ते ना डंडौत लम्मे पै के मत्था टेकिया होवे ते बाहर जाके गुरुद्वारा साहिब दे भाई नूं कह रहा होवे देखूंगा मैं तैनूं इस गुरुद्वारे दे विच रहण नहीं देना, जुल्ली बिस्तर अपना चुक ते तुरदा बन। माफ करना मैं शब्द कह रहा क्योंकि बहुत हंकार हौमे विचारे ग्रंथी सिंह ते निकल जे होर किसी दे पिंड दे बंदे ते कोई कड्ढे जां शहर दे वो तो अगला उदा का जवाब दूगा। हुण भाई साहब ने तो निमरता नाल हाथ ही जोड़ने ना जी, मेरे को की कसूर हो गया, मैं तो गुरु घर की सेवा करता पिया। हुण जिन्हें लम्मा पै के मत्था टेकिया असीं समझ रहे इहदे अंदर बहुत निमरता है, भाई इनू प्रधान बना दिओ, इनू सेवादार बना दिओ, इनू आ पदवी दे दिओ, इनू आ सेवा दे दिओ। पर होया कि वो ते सिर्फ मत्था टेक रहा, पर उहदे अंदर दा अपराध ते सानूं पता नहीं। शीश ने वाया क्या थी जां हृदय को सुधे जाए। कल्ला झुकना गुरुदेव जी कहते ने गुरु दे चरनां दे विच ਇਹ ना होवे साडी निमरता दिखावे दी होवे कि बाहरों असीं झुके होए हां मत्था टेकदे डंडे वांगू लम्मा पै के, पर साडे अंदर जिहड़ा है वो वल छल ने कि कोई नहीं मैं तुहानूं देख लूंगा। ਉਹਦੇ अंदर ਇਹ ਚੱਲਦਾ ਹੋਵੇ ਵੀ मैं ਤੈਨੂੰ देख लूंगा। देखो ना ਪ੍ਰਿਥੀ ਚੰਦ भी ਆਉਂਦਾ ਹੋਊਗਾ मत्था टेकदा होवेगा गुरु पातशाह महाराज ਦੇ ਚਰਨਾਂ ਦੇ ਵਿੱਚ, गुरु रामदास जी ਦੇ ਚਰਨਾਂ ਵਿੱਚ। गुरु रामदास के चरणों में गुरु अर्जन देव पातशाह भी मत्था टेकते हैं। पर जिदन गुरु अर्जन देव पातशाह महाराज नूं गुरता गद्दी प्राप्त हो जाती है उस दिन प्रिथी चंद गुरु रामदास जी नूं कहंदा मैं तुहानूं देख लऊंगा। उस दिन प्रिथी चंद बाबा बुढ़ा साहिब नूं कहंदा मैं तुहानूं देख लऊंगा। मत्था ते उन्हें भी दरबार विच आण के टेकिया ना, पर अंदर जिहड़ा सी वो कुछ होर सी, अंदर वो निमरता नहीं सी जिहड़ी गुरु अर्जन देव पातशाह महाराज दे अंदर सी। अंदर वो निमरता नहीं सी, वो गल नहीं सी हैगी जिहड़ी गुरु अर्जन देव पातशाह महाराज जी तो मत्था टेकते हैं, अंदरों भी उन्ना ही झुके ने, मन भी उन्हां दा सतगुरु के चरणों में उन्ना झुकिया होया। इस करके हुण थोड़ी जी बेनती मेरी सरवण करनी, फिर आपां समाप्ति करांगे। कृपालू गुरु पातशाह दे जिथे बचन ने उत्थे नाल दी नाल भाई साहब भाई गुरदास जी के बचन, क्योंकि निमरता एक जिहड़ा गहना है वो बड़ा ध्यान देने वाली गल। आपां अंदरों निर्माण बन के रहना सिख ने। एक बड़ा प्यारा वचन करते ने, कहंदे सिखो कदी देखिया है साडे शरीर ते सब तो उच्ची चीज की है ते सब तो नीवा की? सब तो उच्चा साडा सिर है ते सब तो नीवे साडे पैर ने। निमरता की गल उन्होंने एक समझाई।
कहते सिर ऊंचा नीवें चरण, सिर ऊंचा नीवें चरण। पर जो किसी का सत्कार होया, किसी ने सिर नूं मत्था टेकिया जां किसी के चरणों में मत्था टेकिया। जो कोई वड्डियां दा सत्कार करदा ना, अजकल तो वैसे सत्कार करना खत्म होंदा जा रहा। पिछले लोग होंदे सन बजुर्गों के चरनी हथ लाउणा, पैरी हथ लाउणा एक सत्कार सी, ये कोई कर्म कांड नहीं सी। किस वेले कर्म कांड भी इहनूं असीं समझण लग पए। एक सत्कार सी, एक निमरता का प्रतीक सी। सिर ऊंचा नीवें चरण सिर पैरी पांदे, सिर ऊंचा नीवें चरण ते सिर किथे चुकिया, सिर पैरी पांदे। मूँह अखी नक कन हथ दे भार उछांदे। भाई गुरदास जी कहते शरीर का सारा भार जिहड़े चरणी चुकते ने सब तो नीवें ने। ते जो किसी का सत्कार होंदा, किसी चरणों का सत्कार होंदा, किसी सिर का सत्कार नहीं होंदा। सिर ऊंचा नीवें चरण सिर पैरी पांदे, सिर ऊंचा नीवें चरण सिर पैरी पांदे। मूँह अखी नक कन हथ देह भार, सारी देह का सारे शरीर के अंगां दा भार किहड़े चुकदे ने, चरण चुकदे ने, पैर चुकदे। मूँह अखी नक कन हथ दे भार उचांदे। सब चेहन शरीर के सारे अंग छड्ड के चरणों की पूजा क्यों? भाई गुरदास जी कहते सब चेहन छड्ड पूजियन कौन कर्म कमांदे। उन्हें फिर बचन किया गुर शरणी साध संगति नित उठ चल जाते, कि इन्हां दे नाल आपां चरणां दे नाल गुरु की शरण विच साध संग विच चल के जांदे। वतन परोपकार नूं जे ये चरण सही रस्ते दे उत्ते तुरे ते वतन परोपकार नूं कर पार वसांदे ते बंदे दा पार उतारा कर दिंदे ने। फिर भाई साहब जी ने बचन किया, कहंदे मेरी खलहों मौजड़े गुरसिख हंडांदे। सत्कार गुरु के सिखां दा कीता ते उन्हां दे चरणां दा, कहंदे मैं अपनी शरीर की खलड़ी चमड़ी उतार के ते गुरसिखां दे चरणां विच पा देवां। मेरी खलहों मौजड़े गुरसिख हंडांदे, मस्तक लगे साध रेण वडभाग जिन्हां जिन्हां रब के प्यारियां दी चरण तोड़ मिल जावे, भाव जिन्हां निवणा आ जावे, जिन्हां दे अंदर निमरता आ जावे, वो बहुत वड्डे भागां वाले ने जिन्हां दी जिंदगी दे विच निमरता आ जाती, जिन्हां नूं निवणा आ जाता है। ये निमरता इस करके सब तो वड्डा गुरमुख गुण है, जिन्हें वाहिगुरु के चरणों के विच भी अपनी थां अपनी जगह प्राप्त करनी है। बाबा फरीद साहब कहते ने एक बड़ा प्यारा बचन करदियां होया, फरीदा थीहे पुवाही दब जे साईं लोड़े सब, एक सिज्जे ब्याह लताड़िए तां साईं दे दर वाड़ी। दब का एक उदाहरण दिता। दब नूं देखो, दब के उत्ते आपां विचारी इन्नी निमरता हुंदी है कि उत्ते पैर रख दिओ झुक जाती है, जिधर नूं मर्जी उहनूं झुका दिओ, जिधर नूं मर्जी लटा दिओ लट जाती है। उसके अंदर आकड़ नहीं आएगी। कहंदे एक पै दी ये रस्तियां दे उत्ते दब दे बूटे कई बार उगे हुंदे, काही दे बूटे, वो जिधर नूं तुसीं उहनां नूं झुका दिओ कि वो झुक जाते हैं। दब के बूटे नूं हनेरियां चलदियां, कदे वो दूसरे रुख पट्टे जाते हैं जो बड़े सख्त होंदे ने, आकड़ वाले होंदे ने, पर दब का बूटा भी कदी पट्टिया वेखिया हनेरी की हवा दे नाल? जे सारियां अंदरों रब नूं वेखना चाहुंदा ते तेरे अंदर वो निमरता होनी चाहिए है। फरीदा थीहे पवाही दब जे साईं लोड़े सब, जे सारियां दे अंदरों साईं नूं देखना ना, दर्शन करने ने, फिर तेरे अंदर निमरता होगी। जे साईं लोड़े सब, हुण कहंदे एक ਉਹਦੇ बूटियां नूं कोई तोड़ भी दवे, एक छिज्जे ब्याह लताड़ी कोई लताड़ दवे, तां साईं दे दरबारी। इन्नी क निमरता गुरसिखा तेरे अंदर होवे तां कि तैनूं रब दे चरनां विच ਉਹਦੇ घर दे विच थां मिल जावे। निमरता दे नाल रह ते रब किथे रहिंदा जी? लोकां दे दिलां विच। एक गल भी ध्यान रखिया जी, वाहिगुरू किथे वसदा? लोकां दे मनां विच। ते जिहदी लोकां दे मनां विच थां बण गई निमरता दे नाल, गुरु नानक देव पातशाह महाराज ने कोई तलवार दे नाल संसार नूं नहीं झुकाया। बाबर आया ਉਹਦੇ हथ विच तलवार सी, गुरु नानक आया ਉਹਦੇ कोल निमरता सी। ते गुरु नानक देव पातशाह महाराज नूं संसार दे लोकां ने जे पूजिया ते ਉਹਦੀ निमरता सी। निमरता करके गुरु नानक देव पातशाह इन्ने क वड्डे हो गए, दुनिया दे होर पैगंबर ते महापुरख भी आए
ਗੁਰੂ ਨਾਨਕ ਦੇ ਘਰ ਦਾ ਫਲਸਫਾ ਇੱਕ ਮੈਂ ਬੇਨਤੀ ਕੀਤੀ ਸੀ ਸ਼ੁਰੂ ਦੇ ਵਿੱਚ ਹੀ ਕਿ ਉਹ ਉਹਨਾਂ ਦਾ ਜੋ ਮਕਸਦ ਸੀ ਤੇ ਦੁਨੀਆ ਦੇ ਮਕਸਦ ਵਿੱਚ ਕੀ ਫਰਕ ਹੈ। ਦੁਨੀਆ ਦੇ ਲੋਕ ਜਦੋਂ ਭਗਤੀ ਕਰਦੇ ਨੇ ਤੇ ਭਗਤੀ ਕਰਕੇ ਜਦੋਂ ਕਿਸੇ ਮਕਾਮ ਦੇ ਉੱਤੇ ਪਹੁੰਚਦੇ ਉਹ ਕਹਿੰਦੇ ਅਹੰਗ ਬ੍ਰਹਮ ਅਸਮੀ, ਮੈਂ ਹੀ ਰੱਬ ਹਾਂ, ਜਾਂ ਅਨਲ ਹੱਕ, ਇਹ ਸ਼ਬਦ ਉਹ ਕਹਿੰਦੇ ਨੇ ਸੂਫੀ ਜਿਵੇਂ ਜਾਂ ਕੋਈ ਹੋਰ। ਪਰ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਦਾ ਘਰ ਦਾ ਅਸੂਲ ਕੀ ਸੀ? ਤੂੰ ਹੀ ਤੂੰ ਨਿਰੰਕਾਰ ਨਾਨਕ ਤੇਰਾ ਬੰਦਾ, ਇਹ ਵਾਹਿਗੁਰੂ ਪ੍ਰਮਾਤਮਾ ਤੂੰ ਹੀ ਸਭ ਕੁਝ ਹੈ, ਮੈਂ ਤੇਰੇ ਦਰ ਦਾ ਦਾਸ ਹਾਂ। ਇੱਥੇ ਗੁਰਮੁਖੋ ਜਿਹਨੂੰ ਗਿਆਨ ਹੋ ਜਾਂਦਾ ਹੈ ਉਹ ਵਾਹਿਗੁਰੂ ਦੇ ਘਰ ਦਾ ਦਾਸ ਬਣਦਾ ਹੈ, ਸੇਵਕ ਬਣਦਾ ਹੈ। ਇਹੀ ਸਭ ਤੋਂ ਵੱਡਾ ਸਿੱਖ ਨੂੰ ਗਿਆਨ ਹੋਣਾ ਇਹੀ ਹੈ। ਉਹ ਨਿਮਰਤਾ ਦੇ ਵਿੱਚ ਆ ਜਾਂਦਾ ਹੈ, ਉਹ ਗੁਰੂ ਨਾਨਕ ਦੇ ਘਰ ਦਾ ਸਿੱਖ ਸੇਵਕ ਬਣ ਜਾਂਦਾ। ਦਿੱਤੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਬੇਅੰਤ ਹੋਈਆਂ ਭੁੱਲਾਂ ਚੁੱਕਾਂ ਦੀ ਵਾਹਿਗੁਰੂ ਜੀ ਖਿਮਾ ਬਖਸ਼ਣ। ਸਭਨਾਂ ਦਾ ਧੰਨਵਾਦ। ਵੀਰ ਜੀ ਜਸਵੀਰ ਸਿੰਘ ਜੀ, ਉਹਨਾਂ ਦੀ ਸਮੁੱਚੀ ਟੀਮ ਦਾ ਬਹੁਤ ਬਹੁਤ ਧੰਨਵਾਦ ਹੈ। ਜਿੰਨੇ ਵੀਰ ਗੁਰਮੁਖ ਪਿਆਰੇ ਇਸ ਕਾਰਜ ਵਿੱਚ ਲੱਗੇ ਨੇ, ਮੇਰੇ ਵਾਹਿਗੁਰੂ ਸਭ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਫਤਿਹ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਗੁਰਵਿੰਦਰ ਸਿੰਘ ਜੀ ਦਾ ਐਜੂਕੇਟ ਪੰਜਾਬ ਪ੍ਰੋਜੈਕਟ ਦੀ ਟੀਮ ਵੱਲੋਂ, ਭਾਈ ਜਸਵਿੰਦਰ ਸਿੰਘ ਖਾਲਸਾ ਯੂਕੇ ਵਾਲਿਆਂ ਵੱਲੋਂ ਤੇ ਸਾਰੇ ਹੀ ਵਿਦਿਆਰਥੀਆਂ ਵੱਲੋਂ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਬੜੇ ਸੋਹਣੇ ਤਰੀਕੇ ਦੇ ਨਾਲ ਗੁਰਬਾਣੀ ਦੇ ਵਿੱਚੋਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚੋਂ ਬਹੁਤ ਸੋਹਣੀਆਂ ਸੋਹਣੀਆਂ ਉਦਾਹਰਨਾਂ ਦੇ ਕੇ ਸਮਝਾਉਣਾ ਕੀਤਾ ਹੈ ਕਿ ਮਿੱਠਤ ਜਿਹੜਾ ਨਿਮਰਤਾ ਵਾਲਾ ਗੁਣ ਹੈ ਉਹ ਸਾਰੇ ਗੁਣਾਂ ਦਾ ਤੱਤ ਹੈ, ਸਾਰ ਹੈ। ਸੋ ਇਹ ਗੁਣ ਸਾਡੇ ਦੇ ਵਿੱਚ ਆਉਣਾ ਜ਼ਰੂਰੀ ਹੈ। ਗੁਰੂ ਜੀ ਅੱਗੇ ਅਰਦਾਸ ਕਰੀਏ ਕਿ ਗੁਰੂ ਜੀ ਸਾਨੂੰ ਸਾਰਿਆਂ ਨੂੰ ਇਹ ਮਿੱਠਤ ਵਾਲਾ ਨਿਮਰਤਾ ਵਾਲਾ ਗੁਣ ਹੈ ਜਿਹੜਾ ਬਖਸ਼ਿਸ਼ ਕਰਨ। ਸੋ ਹੁਣ ਬੱਚਿਆਂ ਨੂੰ ਬੇਨਤੀ ਹੈ, ਜਿਹੜੇ ਬੱਚਿਆਂ ਦਾ ਜੋ ਵੀਰ ਜੀ ਨੇ ਬੋਲਿਆ ਵਿਸ਼ਾ ਮਿੱਠਤ ਨੀਵੀਂ ਨਾਨਕਾ, ਇਸ ਵਿਸ਼ੇ ਤੇ ਜਿਹੜੇ ਬੱਚੇ ਦਾ ਸਵਾਲ ਹੈ ਉਹ ਹੈਂਡ ਰੇਜ਼ ਕਰਨਗੇ ਜੀ। ਤੇ ਉਹਨਾਂ ਬੱਚਿਆਂ ਨੂੰ ਆਪਾਂ ਜਿੰਨੇ ਕੁ ਸਮਾਂ ਹੈ, ਕਿਉਂਕਿ ਸਮਾਂ ਕਾਫੀ ਹੋ ਗਿਆ, ਜਿੰਨਾ ਕੁ ਸਮਾਂ ਹੈ ਆਪਾਂ ਉਹ ਬੱਚੇ ਲਵਾਂਗੇ ਜੀ ਹੈਂਡ ਰੇਜ਼ ਵਾਲੇ। ਤੇ ਵੀਰ ਜੀ ਨੂੰ ਬੇਨਤੀ ਹੈ ਕਿ ਥੋੜੀ ਦੇਰ ਹੋਰ ਜੁੜੇ ਰਹਿਣ, ਜੇ ਇੱਕ ਦੋ ਬੱਚਿਆਂ ਦੇ ਸਵਾਲ ਹੋਏ ਤੇ ਉਹਨਾਂ ਦੇ ਆਨਸਰ ਦੇਣਗੇ ਜੀ। 16080 EPP ਨੰਬਰ 16080 ਜੀ। ਹੈਲੋ ਵਾਹਿਗੁਰੂ ਜੀ। 13811 EPP ਨੰਬਰ 13811 ਜੀ। ਬੱਚੇ ਜੇ ਸਵਾਲ ਹੈ ਹੈਂਡ ਰੇਜ਼ ਕੀਤਾ, ਤੁਸੀਂ ਆਪਣੀ ਵੀਡੀਓ ਔਨ ਕਰੋ ਜੀ। ਹਾਂਜੀ ਬੇਟਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਰ ਬਹੁਤ ਬਹੁਤ ਧੰਨਵਾਦ, ਤੁਸੀਂ ਸਾਨੂੰ ਏਡੇ ਵੱਡੇ ਗੁਣ ਦੱਸਿਆ ਤੇ ਨਾਲ ਉਦਾਹਰਨਾਂ ਵੀ ਦਿੱਤੀਆਂ। ਬੜਾ ਵਧੀਆ ਲੱਗਾ ਇਹ ਮਤਲਬ ਸੈਸ਼ਨ ਸੁਣ ਕੇ, ਬੜਾ ਆਨੰਦ ਆਇਆ। ਤੇ ਗੁਰੂ ਮਹਾਰਾਜ ਜੀ ਕਿਰਪਾ ਕਰਨ ਸਾਡੇ ਅੰਦਰ ਵੀ ਨਿਮਰਤਾ ਵਾਲਾ ਗੁਣ ਬਖਸ਼ੇ। ਜਿਵੇਂ ਤੁਸੀਂ ਕਿ ਜਿਹੜਾ ਹੰਕਾਰ ਕਰਦੇ ਨੇ ਮਨੁੱਖ, ਉਹਨਾਂ ਦਾ ਕਿਸੇ ਚੀਜ਼ ਤੇ ਹੰਕਾਰ ਟਿਕਿਆ ਹੁੰਦਾ ਹੈ। ਇਸ ਤਰ੍ਹਾਂ ਇੱਕ ਘਟਨਾ ਹੈ ਕਿ ਇੱਕ ਬੱਚਾ ਹੁੰਦਾ ਸੀ ਤੇ ਉਸਦੇ ਪਿਤਾ ਜੀ ਆਪਣੇ ਘਰ ਵਿੱਚ ਕਾਰ ਲੈ ਆਏ ਤੇ ਉਹਨੂੰ ਆਪਣੀ ਕਾਰ ਦਾ ਬੜਾ ਹੰਕਾਰ ਸੀ ਤੇ ਉਹਨੇ ਆਪਣੇ ਦੋਸਤਾਂ ਨੂੰ ਨਾ ਪਾਰਟੀ ਦੇਣੀ ਸੀ ਤੇ ਉਹਨੇ ਆਪਣੇ ਦੋਸਤਾਂ ਨੂੰ ਸੱਦਾ ਦਿੱਤਾ ਤੇ ਉਹ ਆ ਗਏ। ਤੇ ਬੱਚੇ ਨੇ ਕਿਤੇ ਨਾ ਕਿੱਲ ਫੜ ਲਿਆ ਤੇ ਉਹਨੇ ਕਾਰ ਦੇ ਝਰੀਟਾਂ ਮਾਰ ਦਿੱਤੀਆਂ। ਤੇ ਉਹਦਾ ਪਿਤਾ ਹੰਕਾਰ ਸੀ, ਉਹਨੇ ਆਪਣੇ ਆਪ ਨੂੰ ਉੱਚਾ ਵਿਖਾਉਣਾ ਹੀ, ਹੁਣ ਉਹਦੀ ਕਾਰ ਤੇ ਖਰਾਬ ਹੋ ਗਈ ਸੀ ਝਰੀਟਾਂ ਵੱਜਣ ਦੇ ਨਾਲ। ਤੇ ਉਹਨੂੰ ਬੜਾ ਗੁੱਸਾ ਚੜਿਆ ਤੇ ਉਹਨੇ ਇਹ ਨਹੀਂ ਵੇਖਿਆ ਕਿ ਮੇਰਾ ਬੱਚਾ ਛੋਟਾ ਹੈ, ਮੈਂ ਇਹਨੂੰ ਕੁਛ ਨਹੀਂ ਕਹਿਣਾ। ਉਹ ਨਾ ਸਮਝਿਆ, ਉਹਨੇ ਆਪਣੇ ਬੱਚੇ ਨੂੰ ਇੰਨਾ ਜ਼ੋਰ ਦੀ ਕੁੱਟਿਆ ਕਿ ਉਹਦਾ ਹੱਥ ਜਿਹੜਾ ਹੈ ਗੱਡੀ ਦੇ ਰੈਂਚ ਨਾਲ ਮਾਰਿਆ ਤੇ ਉਹਦਾ ਜਿਹੜਾ ਹੱਥ ਸੀ ਨਾ ਉਹ ਇੰਨਾ ਟੁੱਟ ਹੀ ਗਿਆ। ਤੇ ਜਦੋਂ ਉਹ ਹਸਪਤਾਲ ਦੇ ਵਿੱਚ ਗਏ, ਮਾਂ ਨੂੰ ਬੜਾ ਦੁੱਖ ਸੀ ਕਿ ਮੇਰੇ ਬੱਚੇ ਨਾਲ ਕੀ ਘਟਨਾ ਵਾਪਰ ਗਈ, ਉਹ ਵੀ ਹੰਕਾਰ ਦੇ ਕਾਰਨ। ਪਰ ਪਿਤਾ ਨੂੰ ਕੋਈ ਵੀ ਦੁੱਖ ਨਹੀਂ ਸੀ ਕਿਉਂਕਿ ਉਹ ਤੇ ਆਪਣੇ ਆਪ ਨੂੰ ਹੰਕਾਰੀ ਸਮਝਦਾ ਸੀ। ਤੇ ਇਸ ਤਰ੍ਹਾਂ ਉਹਨਾਂ ਦੇ ਮਾਂ-ਬਾਪ ਦਾ ਜਿਹੜਾ ਬੇਟੇ ਦੇ ਨਾਲ ਰਿਸ਼ਤਾ ਟੁੱਟ ਜਾਂਦਾ ਹੈ। ਇਸ ਕਰਕੇ ਸਰ ਜੀ ਤੁਹਾਡਾ ਬਹੁਤ ਬਹੁਤ ਥੈਂਕ ਯੂ, ਸਾਨੂੰ ਤੁਸੀਂ ਇਹ ਦੱਸਿਆ ਕਿ ਸਾਨੂੰ ਹੰਕਾਰ ਨਹੀਂ ਕਰਨਾ ਚਾਹੀਦਾ ਕਿਉਂਕਿ ਹੰਕਾਰ ਸਾਰੇ ਕੰਮ ਹੀ ਵਿਗਾੜ ਦਿੰਦਾ ਹੈ। ਤੇ ਉਹ ਪਿਤਾ ਨੇ ਆਪਣੇ ਪੁੱਤਰ ਦਾ ਕੀ ਹਾਲ ਕੀਤਾ ਤੇ ਜਦੋਂ ਬਾਅਦ ਚ ਪਤਾ ਲੱਗਾ ਕਿ ਉਹ ਬੱਚੇ ਨੇ ਤਾਂ ਗੱਡੀ ਦੇ ਉੱਤੇ ਆਈ ਲਵ ਯੂ ਪਾਪਾ ਲਿਖਿਆ ਹੀ, ਫਿਰ ਵੀ ਉਹਦੇ ਮਨ ਚ ਕੋਈ ਪਛਤਾਵਾ ਨਹੀਂ ਕਿਉਂਕਿ ਉਹਨੂੰ ਹੰਕਾਰ ਸੀ ਕਿ ਮੈਂ ਹੀ ਮੈਂ ਆ ਬਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਬਹੁਤ ਵਧੀਆ ਬੇਟੀ ਨੇ ਦੱਸਿਆ ਕਿ ਹੰਕਾਰ ਦੇ ਵਿੱਚ ਅਸੀਂ ਆਪਣੇ ਰਿਸ਼ਤੇ ਨਾਤੇ ਵੀ ਭੁੱਲ ਜਾਂਦੇ ਹਾਂ। ਅੱਗੇ EPP ਨੰਬਰ 10481 ਜੀ। 10481 ਬੇਟਾ ਆਪਣਾ ਸਵਾਲ
लेके आओ जी। ਵਾਹਿਗੁਰੂ ਜੀ ਕਾ ਖਾਲਸਾ खालसा वाहिगुरु जी की फतेह जी। ਤੇ ਮੈਂ ਸਾਡਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਸਾਨੂੰ ਇੰਨੀ ਵਧੀਆ ਨੌਲੇਜ ਦਿੱਤੀ। ਤੇ ਮੈਂ ਇਹ ਪੁੱਛਣਾ ਚਾਹੁੰਦੀ ਸੀ ਕਿ ਸਾਡੇ ਅੱਜ ਕੱਲ੍ਹ ਨਿਮਰਤਾ ਦੀ ਕੀਤੀ ਹੈ, ਮੈਂ ਇਹ ਪੁੱਛਣਾ ਚਾਹੁੰਦੀ ਹਾਂ ਕਿ ਨਿਮਰਤਾ ਤੇ ਨਿਮਾਣੇਪਣ ਵਿੱਚ ਕੋਈ ਫਰਕ ਹੈ ਜੀ? हाँ जी वीर जी। ਨਿਮਰਤਾ ਤੇ ਨਿਮਾਣਾ ਜਿਹੜਾ ਹੈਗਾ ਉਹ ਇੱਕੋ ਹੀ ਚੀਜ਼ ਹੈਗੀ। ਉਹ ਤੇ ਨਿਮਾਣਾਪਨ ਆਪਾਂ ਕਹਿ ਦਿੰਦੇ ਹੈਗੇ, ਨਿਮਰਤਾ ਕਿਸੇ ਵੇਲੇ ਕਹਿੰਦੇ, ਕਈ ਸ਼ਬਦ ਆਪਾਂ ਵਰਤਦੇ ਹੈਗੇ ਆ। ਇਹਦੇ ਵਾਸਤੇ ਸ਼ਬਦ ਮਸਕੀਨ ਵੀ ਵਰਤਿਆ ਗੁਰਬਾਣੀ ਦੇ ਅੰਦਰ, ਸੁਖੀ ਵਸੇ ਮਸਕੀਨੀਆਂ ਆਪ ਨਿਵਾਰ ਤਲੇ, ਵੱਡੇ ਬੜੇ ਅਹੰਕਾਰੀਆ ਨਾਨਕ ਗਰਭ ਗਲੇ। ਸੋ ਇਹ ਕਈ ਸ਼ਬਦ ਜਿਹੜੇ ਨਿਮਾਣਤਾ, ਨਿਮਰਤਾ, ਮਸਕੀਨ, ਇਹ ਸ਼ਬਦ ਸਾਰੇ ਨਿਮਰਤਾ ਦੇ ਨਾਲ ਹੀ ਜੁੜੇ ਹੋਏ ਨੇ ਜੀ। ਹੋਰ ਕੋਈ ਸਵਾਲ ਜੀ? 11170 जी रुपिंदर कौर। 11170 जी EPP नंबर। हाँ जी। ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਪਹਿਲਾਂ ਤਾਂ ਮੈਂ ਗੁਰਵਿੰਦਰ ਸਿੰਘ ਦੇ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਕਿ ਇਹਨੂੰ ਇੰਨੀ ਵਧੀਆ ਜੋ ਗੁਣਾਂ ਨੂੰ ਵਾਕਿਫ ਕਰਾਇਆ ਕਿ ਨਿਮਰਤਾ ਹੀ ਸਾਡਾ ਸ਼ਿੰਗਾਰ ਆ। ਕਿ ਜੇ ਆਪਾਂ ਬਾਹਰ ਖੂਬਸੂਰਤੀ ਵਿੱਚ ਲੱਗੇ ਪਏ ਆ ਕਿ ਅਸੀਂ ਸੋਹਣੇ ਦੇ ਕੇ ਅਸੀਂ ਸਾਡੀ ਪਰਸਨੈਲਿਟੀ ਵਧੀਆ ਹੋ, ਪਰ ਅਸੀਂ ਅੰਦਰ ਹੁੰਨੇ ਬੁਰਤ ਬਣੀ ਜਾਂਦੇ ਆ ਕਿ ਅਸੀਂ ਬਹੁਤ ਸੋਹਣੇ ਬਣ ਲਈ ਕੀ ਕੁਝ ਕਰਦੇ ਆ, ਸੋਹਣੇ ਕੱਪੜੇ ਪਹਿਨਦੇ ਆ, ਸ਼ਿੰਗਾਰ ਕਰਦੇ ਆ, ਪਰ ਜੇਕਰ ਸਾਡੇ ਗੁਣ ਹੀ ਨਹੀਂ ਕੋਈ ਤਾਂ ਅਸੀਂ ਬਿਲਕੁਲ ਸੋਹਣੇ ਨਹੀਂ ਬਣ ਸਕਦੇ। ਭਾਵ ਅਸੀਂ ਖੋਖਲੇ ਬਣੀ ਜਾਂਦੇ ਕਿ ਮਨ ਨੂੰ ਜੇ ਸਾਨੂੰ ਬਾਹਰ ਸੋਹਣੇ ਲਈ ਆਪਾਂ ਨੂੰ ਹਰ ਇਸ਼ਨਾਨ ਕਰਨਾ ਪੈਂਦਾ ਤੇ ਮਨ ਨੂੰ ਇਸ਼ਨਾਨ ਕਰਾਉਣਾ ਪੈਣ ਲਈ ਆਪਾਂ ਨੂੰ ਬਾਣੀ ਪੜ੍ਹ ਪਵੇਗੀ। ਮਨ ਨੂੰ ਹਮੇਸ਼ਾ ਬਾਣੀ ਪੜਾਂਗੇ ਤਾਂ ਸਾਫ਼ ਹੋਵੇਗਾ, ਅਦਰਵਾਈਜ਼ ਨਹੀਂ ਹੋਵੇਗਾ। ਜੈਸੇ ਤਾਤ ਪਰਾਈ ਹੋਵੇ ਤੈਸਾ ਨਾ ਹੋਵੇ ਭਲਾ। ਜੋ ਈਰਖਾ ਕਰਦਾ, ਮਨੋ ਅਹੰਕਾਰ ਕਰਦਾ, ਉਹਦਾ ਕਦੇ ਵੀ ਨਹੀਂ ਹੁੰਦਾ। ਉਹ ਹਮੇਸ਼ਾ ਆਪਣੇ ਅੰਦਰ ਹੀ ਮੈਂ ਹੀ ਐ, ਸਿਰਫ ਮੈਂ ਕਰਨ ਵਾਲਾ ਵਾਂ ਤੇ ਉਹਦਾ। ਹੈਲੋ ਜੀ, ਵਾਹਿਗੁਰੂ। कनेक्शन ਬਹੁਤ ਸੋਹਣਾ ਬੱਚਾ ਦੱਸ ਰਿਹਾ ਸੀ ਬਹੁਤ, ਪਰ ਉਹ ਕਨੈਕਸ਼ਨ ਟੁੱਟ ਗਿਆ। हाँ जी। हाँ जी ਆਪਾਂ ਲਾਸਟ। हाँ जी ਆਪਾਂ ਲਾਸਟ ਇੱਕ ਬੱਚਾ ਲਵਾਂਗੇ ਜੀ। ਕਾਫੀ ਬੱਚਿਆਂ ਦੇ ਹੈਂਡ ਰੇਜ਼ ਨੇ। 13499 ਜੀ, 13499 EPP ਨੰਬਰ 13499। हाँ जी। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਸਾਰਿਆਂ ਨੂੰ ਸਾਡਾ ਬਹੁਤ ਬਹੁਤ ਧੰਨਵਾਦ, ਸਾਨੂੰ ਇੰਨੀ ਨੌਲੇਜ ਦਿੱਤੀ ਉਹਨਾਂ ਨੇ, ਬਹੁਤ ਹੀ ਵਧੀਆ ਤਰੀਕੇ ਨਾਲ ਉਹਨਾਂ ਨੇ ਸਾਨੂੰ ਦੱਸਿਆ ਕਿ ਮਤਲਬ ਨਿਮਰਤਾ ਦੇ ਬਾਰੇ ਦੱਸਿਆ। ਤੇ ਮੈਂ ਇਸ ਤੇ ਬੋਲਣਾ ਚਾਹੁੰਦੀ ਹਾਂ ਕਿ ਜਿਹੜੀ ਨਿਮਰਤਾ ਹੈ ਇੱਕ ਅਜਿਹੀ ਭਾਵਨਾ ਹੈ ਜੋ ਗੁਰਸਿੱਖੀ ਦਾ ਆਧਾਰ ਹੈ। ਨਿਮਰਤਾ ਸਾਨੂੰ ਵੀ ਆਪਣੀ ਜ਼ਿੰਦਗੀ ਦੇ ਵਿੱਚ ਲੈ ਕੇ ਆਉਣੀ ਚਾਹੀਦੀ ਹੈ। ਸਾਡੇ ਗੁਰੂ ਸਾਹਿਬਾਨ ਨੇ ਕੇਵਲ ਨਿਮਰਤਾ ਦਾ ਪ੍ਰਚਾਰ ਨਹੀਂ ਕੀਤਾ, ਉਹਨਾਂ ਨੇ ਜਿਹੜਾ ਇਸ ਗੁਣ ਨੂੰ ਆਪਣੀ ਜ਼ਿੰਦਗੀ। हाँ जी, कोई नेटवर्क प्रॉब्लम आई है जी। हाँ जी, हाँ जी, सारे बच्चों नूं बेनती है जी कि जिन्हें जाप दी सेवा, कीर्तन दी सेवा लैनी है, वो अपना फोन नोट कर लैण जी। ते वीर जी दा फिर तो सारी टीम वालों बहुत बहुत धन्नवाद जी, जिन्हां ने बड़े सोहणे तरीके नाल दसना कीता जी। ਬੱਚਿਆਂ ਨੇ ਨੋਟ ਕੀਤਾ ਹੋਵੇਗਾ, ਸਾਰਿਆਂ ਨੇ ਕਾਪੀ ਪੈਨ ਚੱਕੇ ਹੋਏ ਸੀ। ਜੇ ਨਹੀਂ ਨੋਟ ਕੀਤਾ ਤਾਂ ਇਹ ਇੱਕ ਗੱਲ ਜ਼ਰੂਰ ਨੋਟ ਕਰੋ ਜੀ ਕਿ ਕਿਹੜੇ ਅਸੀਂ 3 ਗੁਣਾਂ ਦਾ ਸ਼ਿੰਗਾਰ ਕਰਨਾ ਹੈ। ਵੀਰ ਜੀ ਨੇ ਦੱਸਿਆ ਨਾ, ਬੜੇ ਸੋਹਣੇ 3 ਗੁਣ ਦੱਸੇ ਆ, ਅਸੀਂ ਕਿਹੜੇ 3 ਗੁਣਾਂ ਦਾ ਸ਼ਿੰਗਾਰ ਕਰਨਾ ਹੈ ਉਹ ਆਪਣਾ ਜ਼ਰੂਰ ਨੋਟ ਕਰ ਲੈਣਾ ਜੀ। ਨਿਮਣ ਸੋ ਅੱਖਰ ਖਵਣ ਗੁਣ ਜਿਹਵਾ ਮਣੀਆਂ ਮੰਚ, ਇਹ ਤੇਰੇ ਭੈਣੇ ਵੇਸ ਕਰ ਤਾਂ ਵਸ ਆਵੇ ਕੰਨ। ਸਾਰਿਆਂ ਨੇ ਆਪੋ ਆਪਣੀ ਕਾਪੀ ਤੇ ਨੋਟ ਕਰਨਾ ਜੀ। ਨਿਮਰਤਾ ਸਭ ਤੋਂ ਵਧੀਆ ਗੁਣ ਜੀ, ਔਰ ਖਿਮਾ ਕਰਨਾ ਕਿਸੇ ਨੂੰ, ਕਿਸੇ ਦੀ ਗਲਤੀ ਦੇ ਉੱਤੇ। ਔਰ ਤੀਜਾ ਗੁਣ ਹੈ ਕਿ ਮੁੱਖ ਤੋਂ ਜਦੋਂ ਬੋਲੋ ਤੇ ਮੋਤੀਆਂ ਵਰਗੇ ਤੁਹਾਡੀ ਰਸਨਾ ਦੇ ਉੱਤੇ ਬੋਲ ਹੋਣ, ਜਿਹਨੂੰ ਸੁਣ ਕੇ ਸਾਰੇ ਖੁਸ਼ ਹੋਣ ਤੇ ਲੋਕ ਵੀ ਕਹਿਣ ਕਿ ਫਲਾਣੇ ਦਾ ਧੀ ਪੁੱਤ ਜਦੋਂ ਗੱਲ ਕਰਦਾ ਉਹਦੇ ਮੁਖ ਦੇ ਵਿੱਚੋਂ ਮੋਤੀ ਕਰਦੇ। ਠੀਕ ਹੈ ਵਾਹਿਗੁਰੂ ਜੀ, ਬਹੁਤ ਬਹੁਤ ਧੰਨਵਾਦ ਜੀ। ਹਾਂਜੀ, ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ। ਧੰਨਵਾਦ ਜੀ, ਇਸੇ ਸਮੇਂ ਜੁੜਦੇ ਆ ਜੀ। ਥੈਂਕ ਯੂ, ਧੰਨਵਾਦ ਜੀ, ਬਹੁਤ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਕੀ ਫਤਿਹ।